ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਕਹਿ ਬਾਲਾ ਸੁਨ ਗੁਰ ਦੁਖ ਕਤਨੰ, ਦਾਸ ਪਠਾਇਓ ਤਬ ਮੁਝ ਸਦਨੰ। ਗਇਓ ਸੰਗ ਮੈਂ ਤੇ ਅਸਥਾਨੰ, ਜੈ ਕਾਲੂ ਨਾਨਕ ਗਤ ਦਾਨੰ। ਚੌਪਈ। ਕਹਿ ਬਾਲਾ ਸੁਨ ਗੁਰ ਦੁਖ ਕਤਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪ੍ਰੀਤਵਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਮੇਘ ਵਰ ਰਿਹਾ ਹੈ। ਸਤਿਗੁਰੂ ਜੀ ਦੇ ਸ਼ਹੀਦਾਂ ਸਿੰਘਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸਜੇ ਹੋਏ ਸੰਧਿਆ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦੇ ਸੋਹਣੇ ਸੁੰਦਰ ਇਤਿਹਾਸ ਦੀ ਕਥਾ ਨੂੰ ਪ੍ਰੇਮ ਪੂਰਵਕ ਸਰਵਣ ਕਰ ਰਹੇ ਹਾਂ। ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਸੁੰਦਰ ਛੰਦਾਬੰਦੀ ਵਿੱਚ ਇਸ ਕਥਾ ਨੂੰ ਬਹੁਤ ਭਾਵਨਾ ਨਾਲ ਕਥਨ ਕੀਤਾ ਹੈ। ਜਿਹੜੀ ਕਥਾ ਭਾਈ ਬਾਲਾ ਸੰਧੂ ਜੀ ਰਾਏ ਭੋਏ ਦੀ ਤਲਵੰਡੀ ਦੇ ਨਿਵਾਸੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਪਨ ਤੋਂ ਸਾਥੀ ਰਹੇ ਹੋਏ ਗੁਰਮੁਖ ਪਿਆਰੇ ਖਡੂਰ ਸਾਹਿਬ ਦੀ ਧਰਤੀ ਉੱਤੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੋਧ ਜੀ, ਭਾਈ ਜੀਵਾ ਜੀ, ਇਸ ਪ੍ਰਕਾਰ ਭਾਈ ਢਿੰਗਾ ਜੀ ਤੇ ਹੋਰ ਬੇਅੰਤ ਗੁਰਮੁਖ ਸੰਗਤਾਂ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਬੈਠੇ ਹੋਏ ਸੁਣਾ ਰਹੇ ਹਨ। ਬੀਤੇ ਕੱਲ ਜੋ ਕਥਾ ਦਾ 14ਵਾਂ ਅਧਿਆਏ ਪ੍ਰਾਰੰਭ ਹੋਇਆ, ਸੋ ਇਸ ਅਧਿਆਏ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਭਾਈ ਵਾਲੇ ਵਾਲੀ ਜਨਮ ਸਾਖੀ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸੁੰਦਰ ਛੰਦਾਬੰਦੀ ਵਿੱਚ ਸਤਿਗੁਰੂ ਜੀ ਦੇ ਜੀਵਨ ਦੀ ਇੱਕ ਮਹਾਨ ਲੀਲਾ ਨੂੰ, ਮਹਾਨ ਕੌਤਕ ਨੂੰ, ਮਹਾਨ ਘਟਨਾ ਨੂੰ ਵਰਣਨ ਕੀਤਾ ਹੈ। ਆਪ ਜੀ ਸਾਰੇ ਹੀ ਜਾਣਦੇ ਹੋ ਇਸ ਘਟਨਾ ਦੀ ਬਾਬਤ, ਕਿਸੇ ਨੇ ਪੜ੍ਹਿਆ ਹੋਵੇਗਾ, ਕਿਸੇ ਨੇ ਸੁਣਿਆ ਹੋਵੇਗਾ। ਸਤਿਗੁਰੂ ਜੀ ਨੇ 20 ਰੁਪਈਆਂ ਦਾ ਜਿਹੜਾ ਸੱਚਾ ਸੌਦਾ ਕੀਤਾ ਹੈ, ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਹੈ। ਇਹ ਸਾਖੀ ਬੀਤੇ ਕੱਲ ਆਪਾਂ ਪ੍ਰਾਰੰਭ ਕੀਤੀ ਸੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਿਸ਼ੋਰ ਅਵਸਥਾ ਵਿੱਚ ਹਨ। ਜਨਮ ਤੋਂ ਲੈ ਕੇ 11 ਸਾਲ ਤੱਕ ਦੀ ਬਾਲਕ ਉਮਰ ਹੁੰਦੀ ਹੈ। 11 ਤੋਂ 15 ਸਾਲ ਦੀ ਜਿਹੜੀ ਉਮਰ ਹੈ, ਇਸ ਨੂੰ ਕਿਸ਼ੋਰ ਅਵਸਥਾ, ਕਿਸ਼ੋਰ ਆਯੂ ਕਿਹਾ ਜਾਂਦਾ ਹੈ। ਤੋ ਸਤਿਗੁਰੂ ਜੀ ਦੀ ਇੰਨੀ ਕੁ ਉਮਰ ਹੈ, ਪਰ ਸਤਿਗੁਰੂ ਜੀ ਬਚਪਨ ਤੋਂ ਹੀ ਵੈਰਾਗੀ ਤਿਆਗੀ ਬਿਰਤੀ ਵਾਲੇ ਹਨ। ਪਰ ਪਿਤਾ ਮਹਿਤਾ ਕਾਲੂ ਜੀ ਇਸ ਦੇ ਵਿਪਰੀਤ, ਇਸ ਦੇ ਉਲਟ ਉਹਨਾਂ ਦਾ ਸੁਭਾਅ ਹੈ, ਉਹ ਮਾਇਆ ਇਕੱਠੀ ਕਰਨ ਵਿੱਚ ਯਕੀਨ ਬਹੁਤਾ ਰੱਖਦੇ ਹਨ। ਮਾਇਆ ਜਾਂ ਲੀਲਾ
ਇਹ ਸਤਿਗੁਰੂ ਪਾਤਸ਼ਾਹ ਆਪ ਵਰਤਾ ਰਹੇ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਾਰੀ ਦੁਨੀਆ ਨੂੰ ਗਿਆਨ ਵੰਡ ਸਕਦੇ ਹਨ, ਸੱਜਣ ਵਰਗੇ ਠੱਗਾਂ ਨੂੰ ਸੰਤ ਬਣਾ ਸਕਦੇ ਹੈ, ਭੂਮੀਏ ਵਰਗੇ ਚੋਰਾਂ ਨੂੰ ਭਾਈ ਭੂਮੀਆ ਗੁਰੂ ਕਾ ਸਿੱਖ ਬਣਾ ਸਕਦੇ ਹਨ। ਕਿ ਉਹ ਆਪਣੇ ਮਾਤਾ ਪਿਤਾ ਜੀ ਨੂੰ ਸ਼ੁਭ ਸਿੱਖਿਆ ਨਹੀਂ ਦੇ ਸਕਦੇ ਸਨ, ਪਰ ਇਹ ਸਤਿਗੁਰੂ ਪਾਤਸ਼ਾਹ ਨੇ ਆਪ ਐਸੇ ਕੌਤਕ ਵਰਤਾਉਣੇ ਸਨ। ਇਹੋ ਜਿਹੀਆਂ ਘਟਨਾਵਾਂ ਦੇ ਰਾਹੀਂ ਸਾਨੂੰ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦੇਣਾ ਸੀ, ਸੋ ਉਹਦੀ ਰਜ਼ਾ ਦੇ ਵਿੱਚ ਹੀ ਸਾਰੇ ਕੌਤਕ ਵਰਤ ਰਹੇ ਹਨ। ਬਚਪਨ ਤੋਂ ਹੀ ਸਤਿਗੁਰੂ ਨੇ ਕਦੇ ਘਰ ਦੇ ਬਰਤਨ ਭਾਂਡੇ, ਕਦੇ ਸੁੰਦਰ ਵਸਤਰ, ਕਦੇ ਗਹਿਣੇ ਇਤਿਆਦਿਕ ਬਾਹਰ ਗਰੀਬਾਂ ਨੂੰ ਵੰਡ ਆਉਣੇ। ਪਿਤਾ ਜੀ ਬੜੇ ਮਿਹਨਤੀ ਸਨ, ਮਾਇਆ ਜੋੜਦੇ ਸਨ। ਜਦੋਂ ਪਤਾ ਲੱਗਦਾ ਬੜੇ ਦੁਖੀ ਹੁੰਦੇ, ਕਈ ਵਾਰ ਝਿੜਕਿਆ ਵੀ, ਕਈ ਕੰਮਾਂ ਦੇ ਉੱਤੇ ਲਾਇਆ, ਪਰ ਸਤਿਗੁਰੂ ਪਾਤਸ਼ਾਹ ਜੀ ਆਪਣੀ ਮੌਜ ਵਿੱਚ ਹੀ ਵਰਤਾਰੇ ਵਰਤਾਉਂਦੇ ਰਹੇ। ਮੱਝਾਂ ਚਾਰਨ ਭੇਜਿਆ, ਖੇਤ ਚਰਾਏ, ਇਸੇ ਤਰ੍ਹਾਂ ਹੋਰ ਅਨੇਕਾਂ ਕੌਤਕ ਵਰਤਦੇ ਰਹੇ। ਪਿੱਛੇ ਆਪਾਂ ਨੇ ਸੁਣੇ ਆ ਸਾਰੇ। ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਮੇਰਾ ਪੁੱਤਰ ਹੁਣ ਬੱਚਾ ਤਾਂ ਰਿਹਾ ਨਹੀਂ, ਕੁਝ ਵੱਡਾ ਹੋ ਗਿਆ, ਇਹਨੂੰ ਕਿਸੇ ਨਾ ਕਿਸੇ ਆਹਰੇ ਤਾਂ ਲਾਈਏ, ਕਿਸੇ ਨਾ ਕਿਸੇ ਕੰਮ ਤੇ ਤਾਂ ਲਾਈਏ। ਆਖਿਆ, ਪੁੱਤਰ ਜੇ ਤੇਰਾ ਖੇਤੀ ਕਰਨ ਵਿੱਚ ਮਨ ਨਹੀਂ, ਤੇਰਾ ਪੜ੍ਹਨ ਵਿੱਚ ਮਨ ਨਹੀਂ, ਤਾਂ ਇਉਂ ਕਰ, ਕੁਝ ਵਪਾਰ ਕਰ ਲੈ। ਆ ਲੈ, ਮੈਂ ਤੈਨੂੰ 20 ਰੁਪਈਏ ਦੇ ਦਿੰਦਾ ਹਾਂ। ਇਹ 20 ਰੁਪਈਏ ਲੈ ਕੇ ਭਾਈ ਬਾਲੇ ਨੂੰ ਨਾਲ ਲੈ ਲਾ, ਆਪਣੇ ਸਾਥੀ ਨੂੰ। ਆ ਕਿਸੇ ਹੋਰ ਨਗਰ ਦੇ ਵਿੱਚ, ਕਿਸੇ ਮੰਡੀ ਦੇ ਵਿੱਚ ਚਲਿਆ ਜਾ, ਉੱਥੋਂ ਕੋਈ ਸਸਤਾ ਸੌਦਾ ਖਰੀਦ ਕੇ ਤੇ ਉਹਨੂੰ ਮਹਿੰਗੇ ਮੁੱਲ ਲਿਜਾ ਕੇ ਕਿਸੇ ਹੋਰ ਪਾਸੇ ਵੇਚ ਦਿਆ ਕਰ, ਜਿਸ ਕਰਕੇ ਉਹਦੇ ਵਿੱਚੋਂ ਲਾਭ ਪ੍ਰਾਪਤ ਹੋਵੇ, ਨਫਾ ਨਿਕਲੇ, ਕੁਝ ਨਾ ਕੁਝ ਬਚਤ ਹੋਵੇ। ਉਹ ਬਚਤ ਵਾਲੇ ਪੈਸੇ ਤੂੰ ਜੋੜਦਾ ਜਾਈਂ ਤੇ ਇਸ ਤਰ੍ਹਾਂ ਤੇਰਾ ਵੱਖਰਾ ਕਾਰੋਬਾਰ ਵਧੀਆ ਚੱਲਣ ਲੱਗ ਪਵੇਗਾ। ਤੇ ਪੁੱਤਰ ਇੱਕ ਗੱਲ ਦਾ ਧਿਆਨ ਰੱਖੀ, ਜਿਹੜਾ ਸੌਦਾ ਕਰੇ ਐਂ ਖਰਾ ਸੌਦਾ ਕਰੀ, ਵਧੀਆ ਵਸਤੂ ਖਰੀਦੀ ਤੇ ਉਹਦੇ ਵਿੱਚੋਂ ਲਾਭ ਬਹੁਤ ਜ਼ਿਆਦਾ ਹੋਵੇ, ਨਫਾ ਬਹੁਤ ਜ਼ਿਆਦਾ ਕੱਢਣਾ। ਵਪਾਰੀ ਬਿਰਤੀ ਦੇ ਸਨ ਪਿਤਾ ਜੀ। ਵਪਾਰ ਦੇ ਗੁਣ, ਵਪਾਰ ਦੀਆਂ ਬਾਰੀਕੀਆਂ, ਵਪਾਰ ਦੀ ਸਿੱਖਿਆ ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਮਝਾ ਦਿੱਤੀ। ਤੇ ਨਾਲ ਹੀ ਭਾਈ ਬਾਲਾ ਜੀ ਦੇ ਘਰ ਸੁਨੇਹਾ ਭੇਜ ਦਿੱਤਾ ਕਿ ਮੇਰੇ ਪੁੱਤਰ ਦੇ ਨਾਲ ਜਾਣਾ ਹੈ, ਕੋਈ ਵਪਾਰ ਬਿਜ਼ਨਸ ਕਰਨ, ਖਰਾ ਸੌਦਾ ਕਰਨ। ਜਿਵੇਂ ਭਾਈ ਬਾਲਾ ਜੀ ਨੂੰ ਘਰ ਦੇ ਵਿੱਚ ਬੈਠਿਆਂ ਨੂੰ ਸੁਨੇਹਾ ਮਿਲਿਆ ਸਤਿਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਦਾ, ਉਹਨਾਂ ਦਾ ਸੁਨੇਹਾ ਸੁਣ ਕੇ ਜਿਵੇਂ ਉਹ ਆਏ, ਅੱਗੇ ਸੱਚਾ ਸੌਦਾ ਸਤਿਗੁਰੂ ਨੇ ਕਿਵੇਂ ਦਾ ਕੀਤਾ, ਕਿਹੜਾ ਸੱਚਾ ਸੌਦਾ ਕੀਤਾ, ਉਹ ਪ੍ਰਸੰਗ ਅੱਜ ਆਪਾਂ ਵਿਸਥਾਰ ਦੇ ਵਿੱਚ ਅੱਗੇ ਸਰਵਣ ਕਰਾਂਗੇ। ਆਓ ਸਰਬੱਤ ਸੰਗਤਾਂ ਸਤਿਗੁਰੂ ਦੀ ਕਥਾ ਦੇ ਨਾਲ ਜੁੜੋ। ਮਨ ਮਿਰਤਿਆਂ ਦੀ ਇਕਾਗਰਤਾ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਓ ਭਾਈ ਐ ਬਾਲਾ ਸੁਣੋ ਗੁਰ ਦੁਖ ਕਤਨੰ। ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸਤਿਗੁਰੂ ਸਾਹਿਬ ਜੀ ਦੀ ਇਹ ਸਾਰੀ ਵਾਰਤਾ, ਸਾਰਾ ਇਤਿਹਾਸ, ਸਾਰੀ ਕਥਾ ਸੁਣਾਉਂਦੇ ਹੋਏ ਕਹਿ ਰਹੇ ਹਨ ਕਿ ਸੁਣੋ, ਦੁੱਖਾਂ ਦੇ ਕੱਟਣ ਵਾਲੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਅੱਗੇ ਸੁਣੋ। ਦਾਸ ਪਠਾਇਓ ਤਬ ਮੋਏ ਸਤਨੰ। ਮਹਿਤਾ ਕਾਲੂ ਜੀ ਨੇ ਆਪਣਾ ਇੱਕ ਨੌਕਰ, ਆਪਣਾ ਇੱਕ ਦਾਸ ਮੇਰੇ ਘਰ ਭੇਜਿਆ। ਗਇਓ ਸੰਗ ਮੈਂ ਤੇ ਅਸਥਾਨ। ਜਦੋਂ ਮੈਨੂੰ ਸੁਨੇਹਾ ਮਿਲਿਆ ਤੇ ਮੈਂ ਇਹਨਾਂ ਦੇ ਨੌਕਰ ਦੇ ਨਾਲ ਉਸ ਅਸਥਾਨ ਉੱਤੇ, ਉਸ ਜਗ੍ਹਾ ਤੇ ਪਹੁੰਚ ਗਿਆ। ਜੈ ਕਾਲੂ ਨਾਨਕ ਗਤ ਦਾਨ।
ਜਿੱਥੇ ਮੁਕਤੀ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਬੈਠੇ ਸਨ। ਮੁਝ ਕੋ ਸਾਦਰ ਨਿਕਟ ਬਿਠਾਇਨ, ਇਹਨਾਂ ਨੇ ਬੜੇ ਆਦਰ ਸਤਿਕਾਰ ਦੇ ਸਹਿਤ ਮੈਨੂੰ ਆਪਣੇ ਨਿਕਟ ਆਪਣੇ ਕੋਲ ਬਿਠਾਇਆ। ਏਤ ਭੇਜਨ ਕੇ ਬਸਨ ਲਾਇਨ, ਤੇ ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਭੇਜਣ ਵਾਸਤੇ ਬੜੇ ਹੀ ਹਿੱਤ ਦੇ ਬੜੇ ਪ੍ਰੇਮ ਦੇ ਵਚਨ ਆਖੇ। ਸੁਨ ਬਾਲੇ ਤੂੰ ਹੈ ਮਤਵਨ ਵਾਨ, ਕਹਿਣ ਲੱਗੇ, ਹੇ ਭਾਈ ਬਾਲੇ, ਮੇਰੀ ਗੱਲ ਧਿਆਨ ਦੇ ਨਾਲ ਸੁਣ। ਤੂੰ ਤਾਂ ਬਹੁਤ ਮਤਵਾਨ ਹੈ, ਬਹੁਤ ਬੁੱਧੀ ਵਾਲਾ ਚਤੁਰ ਸਿਆਣਾ ਹੈ। ਜੈ ਨਾਨਕ ਸੰਗ ਬਿਆਨੰ, ਇਸ ਕਰਕੇ ਮੇਰੇ ਪੁੱਤਰ ਨਾਨਕ ਦੇ ਨਾਲ ਪਿਆਨਾ ਕਰ, ਇਹਦੇ ਨਾਲ ਜਾਣਾ ਕਰ। ਹੋਏ ਲਾਭ ਦਾ ਸਬਦਾ ਜੋ, ਜਾ ਕੇ ਕਰਨਾ ਕੀ ਹੈ? ਕਹਿੰਦੇ ਕਿ ਤੁਸੀਂ ਲਾਭਦਾਇਕ ਨਫੇ ਵਾਲਾ ਸੌਦਾ ਕਰਨਾ ਹੈ। ਦੇਵ ਕਬ ਸੰਭਾਰਿਆ ਨੀਏ ਸੋ, ਉਹ ਕਹਿੰਦੇ ਸੌਦਾ ਪੱਤਾ ਉੱਥੋਂ ਖਰੀਦ ਲਿਓ ਤੇ ਉਹਨੂੰ ਸਾਂਭ ਸੰਭਾਲ ਕੇ ਨਾਲ ਲੈ ਆਉਣਾ। ਹਸ ਕੈ ਵੀ ਸਰਜਤ ਬਣ ਦੀਨੇ, ਇਸ ਤਰ੍ਹਾਂ ਦੇ ਬਚਨ ਕਹਿ ਕੇ 20 ਰਜਤ ਪਣ ਚਾਂਦੀ ਦੇ ਰੁਪਈਏ ਦੇ ਦਿੱਤੇ। ਭਰ ਬਿਦ ਸੋ ਮੁਝ ਸੌਂਪਨ ਕੀਨੇ, ਭਾਈ ਬਾਲਾ ਜੀ ਕਹਿੰਦੇ ਭਲੇ ਪ੍ਰਕਾਰ ਕਰਕੇ ਇਉਂ ਚੰਗੀ ਤਰ੍ਹਾਂ ਸਾਂਭ ਸੰਭਾਲ ਕੇ 20 ਰੁਪਈਏ ਸਤਿਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਮੇਰੇ ਹੱਥ ਫੜਾ ਦਿੱਤੇ। ਆਪਣੇ ਪੁੱਤਰ ਨਾਨਕ ਨੂੰ ਨਹੀਂ ਫੜਾਏ ਵੀ ਇਹ ਤਾਂ ਗਵਾ ਦਿੰਦਾ ਹੈ, ਇਹਦਾ ਪਤਾ ਨਹੀਂ ਕਿੱਥੇ ਖਰਚ ਕਰਾਵੇ ਸੁੱਟ ਆਵੇ। ਕਹਿੰਦੇ ਮੈਨੂੰ 20 ਰੁਪਈਏ ਫੜਾ ਦਿੱਤੇ। ਬਾਗਿਆਰ ਮੈਂ ਬਾਨੰਦ ਦੇਸਾ, ਜਦੋਂ ਸਾਧ ਸੰਗਤ ਜੀ ਉਹਨਾਂ ਦੀ ਆਗਿਆ ਹੋਈ, ਉਹਨਾਂ ਦਾ ਹੁਕਮ ਹੋਇਆ, ਮੈਂ ਨਾਲ ਜਾਣ ਲਈ ਤਿਆਰ ਹੋ ਗਿਆ। ਚਲੇ ਮੁਕੰਦ ਜੇ ਕਰਤ ਕਰੇਸ਼ਾ, ਮੁਕਤੀ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਧਰ ਨੂੰ ਜਾ ਰਹੇ ਸਨ, ਕਲੇਸ਼ਾਂ ਨੂੰ ਕੱਟਣ ਵਾਲੇ। ਚਾਰ ਪਟੰਬਰ ਕੀ ਇਕਲਾਈ, ਕਹਿੰਦੇ ਮੈਂ ਇੱਕ ਸੋਹਣੀ ਰੇਸ਼ਮੀ ਕੱਪੜੇ ਦੀ ਜਿਹੜੀ ਕਲਾਈ ਤਲਾਈ ਸੀ ਉਹ ਆਪਣੇ ਮੋਢੇ ਤੇ ਰੱਖ ਲਈ। ਸੋ ਦੀਨੀ ਮੈਂ ਕੰਦ ਉਚਾਈ, ਉਹ ਲੈ ਕੇ ਮੈਂ ਆਪਣੇ ਮੋਢੇ ਉੱਤੇ ਧਰ ਲਈ। ਵੈਰ ਨਗਰ ਤੇ ਵੇਦ ਦੂਰੀ, ਨਗਰ ਤੋਂ ਬਾਹਰ ਕਿੰਨੀ ਹੀ ਦੂਰ ਤੱਕ ਕਾਲੂ ਦੇ ਤੈ ਸਗਮਨ ਪੂਰੀ, ਮਹਿਤਾ ਕਾਲੂ ਜੀ ਸਾਨੂੰ ਦੋਵਾਂ ਨੂੰ ਸਮਝਾਉਂਦੇ ਹੋਏ ਬਹੁਤ ਸਿੱਖਿਆਵਾਂ ਦਿੰਦੇ ਹੋਏ ਨਾਲ ਚੱਲੇ। ਮੌਰ ਹਟਿਓ ਕਰਮੋ ਕਨੇਰਾ, ਫਿਰ ਬਹੁਤ ਮੋਹ ਪ੍ਰੇਮ ਕਰਕੇ ਬਾਅਦ ਵਿੱਚ ਪਿੱਛੇ ਹਟ ਕੇ ਪਿੱਛੇ ਮੁੜ ਆਏ ਘਰ ਨੂੰ। ਬਾਰ ਬਾਰ ਪਾਛਲ ਦਿਸੇਰਾ, ਪਰ ਮੋਹ ਦੇ ਵਿੱਚ ਬਾਰ-ਬਾਰ ਪਿਛਾਂਹ ਨੂੰ ਸਾਡੀ ਤਰਫ ਦੇਖਦੇ ਹਨ, ਘਰ ਨੂੰ ਮੁੜੇ ਜਾਂਦੇ ਹੋਏ ਵੀ। ਮੰਦ ਮੰਦ ਪਗ ਧਰ ਗੁਣ ਮੰਦਰ, ਇੱਧਰ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮੰਦ ਮੰਦ ਪਗ ਧਰ ਹੌਲੀ ਹੌਲੀ ਸਹਿਜੇ ਸਹਿਜੇ ਕਦਮ ਪੁੱਟਦੇ ਹੋਏ ਅੱਗੇ ਵਧ ਰਹੇ ਹਨ। ਚਲਤ ਬੰਦ ਭਾਗਤ ਬਦ ਸੁੰਦਰ, ਰਸਤੇ ਵਿੱਚ ਗਏ ਅਸੀਂ ਦੋਵੇਂ, ਮੈਂ ਤੇ ਨਾਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ। ਰਸਤੇ ਵਿੱਚ ਚੱਲਦਿਆਂ ਹੋਇਆਂ ਸਤਿਗੁਰੂ ਜੀ ਨੇ ਬਹੁਤ ਸੁੰਦਰ ਬਚਨ ਕੀਤੇ। ਭਗਤ ਵਿਰਾਗ ਗਿਆਨ ਗੁਣ ਸਾਨੀ, ਭਗਤੀ ਦੇ ਵਿੱਚ ਰੱਤੇ ਹੋਏ ਵਿਰਾਗ ਵਾਲੇ, ਬਹੁਤ ਗਿਆਨ ਵਾਲੇ ਤੇ ਗੁਣ ਸਾਨੀ, ਗੁਣਾਂ ਦੇ ਨਾਲ ਲਿਪਤ ਗੁਣਾਂ ਦੇ ਭਰੇ ਹੋਏ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਮੈਨੂੰ ਸੁਣਾਏ। ਮੁਝ ਉਪਦੇਸ਼ਨ ਕਹਿਤ ਕਹਾਣੀ, ਮੈਨੂੰ ਬਹੁਤ ਕਥਾ ਕਹਾਣੀਆਂ ਸੁਣਾਉਂਦਿਆਂ ਹੋਇਆਂ ਉਪਦੇਸ਼ ਕੀਤਾ। ਗ੍ਰਾਮ ਨਗਰ ਮਾਰਗ ਦੇ ਮਹਿ ਜੇਤੇ, ਨਗਰ ਦੇ ਵਿੱਚ ਰਸਤੇ ਦੇ ਵਿੱਚ ਜਿੰਨੇ ਵੀ ਕੋਈ ਛੋਟੇ ਪਿੰਡ ਜਾਂ ਵੱਡੇ ਨਗਰ ਆਏ, ਸਹਿਜ ਸਹਿਜ ਉਲੰਘੇ ਸਭ ਤੇਤੇ, ਸਹਿਜੇ ਸਹਿਜੇ ਉਹਨਾਂ ਨੂੰ ਉਲੰਘ ਗਏ, ਅੱਗੇ ਤੁਰ ਗਏ ਉਹਨਾਂ ਦੇ ਵਿੱਚੋਂ ਲੰਘਦੇ ਹੋਏ। ਚਲਤ ਚਲਤ ਆਇਓ ਇੱਕ ਕਾਨਨ, ਚੱਲਦਿਆਂ ਚੱਲਦਿਆਂ ਅੱਗੇ ਇੱਕ ਕਾਨਨ ਜੰਗਲ ਆ ਗਿਆ। ਤਾਈ ਬਲੋਕਤ ਸ੍ਰੀ ਕਮਲਾਨਨ, ਉੱਥੇ ਕਮਲ ਵਰਗੇ ਮੁਖ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ। ਸੁੰਦਰ ਆਸ਼ਰਮ ਏਕ ਨਿਆਰੀ, ਨਜ਼ਰ ਪਿਆ ਉੱਥੇ ਇੱਕ ਬਹੁਤ ਸੋਹਣਾ ਸੁੰਦਰ ਆਸ਼ਰਮ ਬਣਿਆ ਹੋਇਆ ਹੈ, ਜੈਨ ਤਪੀਸ਼ ਤਪ ਤਾਪੈ ਭਾਰੀ, ਜਿੱਥੇ ਬਹੁਤ ਸਾਰੇ ਤਪਸਵੀ ਤਪ ਸਾਧਨਾ ਕਰ ਰਹੇ ਹਨ। ਇਹ ਵਿਦਿਆਸਨ ਕੀ
ਦੀਏ ਉਰਦ ਬਾਹੂ। ਕਿਸੇ ਨੇ ਇਸ ਤਰ੍ਹਾਂ ਦਾ ਆਸਣ ਕੀਤਾ ਹੋਇਆ ਹੈ, ਉੱਤੇ ਨੂੰ ਬਾਹਾਂ ਚੁੱਕ ਕੇ ਖੜਾ ਹੈ। ਬਿਡਪਨ ਲਟਕਦਾ ਕੋ ਉਲਟਾਉ। ਕੋਈ ਪੁੱਠਾ ਲਟਕ ਰਿਹਾ ਹੈ ਦਰਖਤ ਦੇ ਨਾਲ। ਏਕ ਚਰਨ ਪਰ ਕੋਇ ਬਠਾਂਡੇ। ਇਹਨਾਂ ਵਿੱਚੋਂ ਕੋਈ ਤਪਸਵੀ ਇੱਕ ਪੈਰ ਦੇ ਭਾਰ ਖੜਾ ਹੋਇਆ ਹੈ। ਸੁਖ ਪਰਲੋਕ ਜਨੈ ਰਜ ਬਾਲੇ। ਜਿਨ੍ਹਾਂ ਦੀ ਰੁਚੀ, ਜਿਨ੍ਹਾਂ ਦਾ ਮਨ ਪਰਚਿਆ ਹੋਇਆ ਇਸ ਗੱਲ ਦੇ ਵਿੱਚ ਕਿ ਸਾਨੂੰ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਣ, ਇਸ ਕਰਕੇ ਇਹ ਤਪੱਸਿਆ ਕਰ ਰਹੇ ਹਨ। ਪਰਲੋਕ ਦੇ ਸੁੱਖਾਂ ਦੀ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਰੁਚੀ, ਬਹੁਤ ਚਾਹਨਾ ਵਧੀ ਹੋਈ ਹੈ। ਕਾਮ ਸਦਾਸਨ ਕੋ ਪਦਮਾਸਨ। ਕਿਸੇ ਨੇ ਸਿੱਧ ਆਸਣ ਲਾਇਆ ਹੋਇਆ, ਸਿੱਧਾਂ ਵਰਗਾ, ਜਿਵੇਂ ਸਿੱਧ ਆਸਣ ਲਾ ਕੇ ਬਹਿੰਦੇ ਹਨ। ਕਿਸੇ ਨੇ ਪਦਮ ਆਸਣ, ਕਮਲ ਦੇ ਫੁੱਲ ਵਰਗਾ ਆਸਣ ਲਾਇਆ ਹੋਇਆ ਹੈ। ਮਾਰਬਾਨ ਕੋ ਰਹਿਤ ਬਿਨਾਸਨ। ਕੋਈ ਜਲ ਛਕ ਕੇ ਗੁਜ਼ਾਰਾ ਕਰਦਾ ਹੈ, ਤੇ ਕਈ ਵਿੱਚੋਂ ਇਹੋ ਜਿਹੇ ਆ ਜਿਹੜੇ ਬਿਨਾਂ ਭੋਜਨ ਪ੍ਰਸ਼ਾਦੇ ਛਕੇ ਐਵੇਂ ਹੀ ਸਮਾਂ ਲੰਘਾ ਰਹੇ ਹਨ। ਸਵੇਤ ਰੰਗ ਲਾਗੀ ਪਸਮੰਗਾ। ਇਹਨਾਂ ਤਪਸਵੀਆਂ ਦੇ ਸਰੀਰ ਦੇ ਉੱਤੇ ਚਿੱਟੇ ਰੰਗ ਦੀ ਜਿਹੜੀ ਭਸਮ ਸੁਆਹ ਮਲੀ ਹੋਈ ਹੈ। ਜਟਾ ਸੀਸ ਜਨ ਧੂਸਰ ਰੰਗਾ। ਸਰੀਰ ਦੀਆਂ, ਸਿਰ ਦੀਆਂ ਜਿਹੜੀਆਂ ਜਟਾਵਾਂ ਹਨ ਉਹ ਮਿੱਟੀ ਰੰਗੀਆਂ, ਧੂਸਰ ਰੰਗ, ਧੂਸਰ ਨਾਮ ਮਿੱਟੀ ਦਾ, ਰੇਤੇ ਦਾ। ਮਟਮੀਲੇ ਜੇ ਰੰਗ ਦੀਆਂ, ਮਟਮੈਲੇ ਜੇ ਰੰਗ ਦੀਆਂ ਇਹਨਾਂ ਦੇ ਸਿਰ ਦੀਆਂ ਜਟਾਵਾਂ ਹਨ। ਕਿਨ ਬਲ ਕਲ ਲਿਏ ਕੋ ਅੰਗ ਨੰਗਾ। ਕਿਸੇ ਨੇ ਆਪਣੇ ਸਰੀਰ ਨੂੰ ਭੋਜ ਪੱਤਰ ਦੇ ਨਾਲ ਥੋੜਾ ਬਹੁਤਾ ਕੱਜਿਆ ਹੋਇਆ ਹੈ, ਤੇ ਕਈ ਤਾਂ ਨੰਗੇ ਅੰਗਾਂ ਵਾਲੇ, ਬਿਲਕੁਲ ਵਸਤਰਾਂ ਤੋਂ ਹੀਣੇ ਨੰਗ ਧੜੰਗੇ ਸਾਧੂ ਹਨ। ਅਗਨ ਉਸ਼ਨ ਸੋ ਕੋਇ ਅਮੰਗਾ। ਕਿਸੇ ਨੇ ਉਤਸ਼ਾਹ ਦੇ ਨਾਲ ਅੱਗ ਬਾਲੀ ਹੋਈ ਹੈ, ਅੱਗ ਦੇ ਕੋਲ ਬੈਠਾ ਹੈ। ਕੋ ਬੈਠੇ ਅੰਦਰ ਕੰਡ ਪਰਮਾਨਾ। ਤੇ ਕੋਈ ਪਾਣੀ ਦੇ ਵਿੱਚ ਗਲ ਗਲ ਤੱਕ, ਧੌਣ ਤੱਕ ਕੱਲਾ ਮੂੰਹ ਬਾਹਰ ਹੈ, ਪਾਣੀ ਦੇ ਵਿੱਚ ਬੈਠੇ ਹੋਏ ਹਨ। ਸਿਮਰ ਕਾਗੀ ਕੋ ਭਗਵਾਨ। ਇਸ ਤਰ੍ਹਾਂ ਇਕਾਂਤ ਹੋ ਕੇ ਸਾਰੇ ਇਹ ਵਾਹਿਗੁਰੂ ਪਰਮੇਸ਼ਰ ਭਗਵਾਨ ਦਾ ਸਿਮਰਨ ਕਰ ਰਹੇ ਹਨ। ਕੋ ਠਾਂਡੋ ਦਿਨ ਰਹਿਣ ਬਿਤਾਵੇ। ਕਈ ਇਹੋ ਜਿਹੇ ਐ ਵੀ ਖੜਿਆਂ ਨੂੰ ਦਿਨ ਰਾਤ ਐਂ ਹੀ ਬਤੀਤ ਹੋ ਜਾਂਦਾ, ਖੜੇ ਹੀ ਰਹਿੰਦੇ ਹਨ, ਭਗਤੀ ਕਰਦੇ। ਕੋ ਮੋਨੀ ਨੇ ਬਚਨ ਰਾਵੇ। ਤੇ ਕਈ ਸਾਧੂ ਇਹੋ ਜਿਹੇ ਵੀ ਐ, ਉਹ ਮੋਨੀ ਹੋ ਗਏ ਐ, ਉਹ ਮੁੱਖੋਂ ਕੁਝ ਬੋਲਦੇ ਹੀ ਨਹੀਂ, ਜ਼ੁਬਾਨ ਤੋਂ ਕੋਈ ਵਚਨ ਨਹੀਂ ਕੱਢਦੇ। ਕੋ ਨਿਜ ਬ੍ਰਤ ਨਿਰੋਧਨ ਕਰੀ। ਕਈਆਂ ਨੇ ਆਪਣੀਆਂ ਬਿਰਤੀਆਂ ਸੁਰਤੀਆਂ ਨੂੰ ਟਿਕਾ ਕੇ ਰੱਖਿਆ ਹੈ, ਰੋਕ ਕੇ ਰੱਖਿਆ ਹੋਇਆ, ਨਿਰੋਧ ਕਰਕੇ ਰੱਖਿਆ ਹੋਇਆ ਹੈ। ਸੁਖ ਜੋ ਸੁਰਗ ਤ੍ਰਿਨ ਸਮ ਪਰ ਹਰੀ। ਜਿਨਨੇ ਸੰਸਾਰ ਦੇ ਸੁੱਖਾਂ ਤੋਂ ਲੈ ਕੇ ਸਵਰਗ ਲੋਕ ਤੱਕ ਦੇ ਸੁੱਖ ਹੈ, ਸਭ ਦਾ ਇਹਨਾਂ ਨੇ ਤਿਆਗ ਕੀਤਾ ਹੋਇਆ ਹੈ। ਕੋ ਮਿਲ ਕਰ ਹਰ ਕਥਾ ਰਸਾਲਾ। ਤੇ ਕਈ ਸਾਧੂ ਆਪਸ ਵਿੱਚ ਬੈਠੇ ਰਲ ਮਿਲ ਕੇ ਉਹ ਬੜੇ ਰਸ ਦੇ ਸਹਿਤ, ਪ੍ਰੇਮ ਦੇ ਸਹਿਤ ਵਾਹਿਗੁਰੂ ਪਰਮੇਸ਼ਰ ਦੀ ਕਥਾ ਵਾਰਤਾ ਕਰ ਰਹੇ ਹਨ। ਬੜੇ ਸੁਨੇ ਕਰ ਪ੍ਰੇਮ ਰਸਾਲਾ। ਔਰ ਬੜਾ ਪ੍ਰੇਮ ਧਾਰ ਕੇ ਹਿਰਦੇ ਦੇ ਵਿੱਚ ਪੜ੍ਹਦੇ ਸੁਣਦੇ ਹਨ। ਸਭ ਕੋ ਏਕ ਮਹੰਤ ਸੋ ਕੈਸਾ। ਇਹਨਾਂ ਦੇ ਵਿੱਚ ਸਾਰਿਆਂ ਦਾ ਜਿਹੜਾ ਮੁਖੀਆ ਮਹੰਤ ਹੈ ਉਹ ਕਿਹੋ ਜਿਹਾ ਹੈ? ਮਨੋ ਸਰੀਰ ਧਾਰ ਤਪ ਬੈਸਾ। ਇੰਨਾ ਤਪ ਦੇ ਵਿੱਚ ਲੀਨ ਹੋਇਆ ਇਹ ਤਪਸਵੀ ਹੈ। ਮਾਨੋ ਵੀ ਤਪ ਜਿਹੜਾ, ਤਪੱਸਿਆ ਜਿਹੜੀ ਹੈ ਉਹ ਆਪ ਹੀ ਸਰੀਰ ਧਾਰ ਕੇ ਬੈਠ ਗਈ ਹੋਵੇ। ਤਰਤਕ ਵੀ ਕਟ ਕੀਨ ਕੋ ਪੀਨਾ। ਇਹਨੇ ਵਸਤਰ ਕਿਹੋ ਜਿਹੇ ਪਹਿਨੇ ਹੋਏ ਆ? ਦਰਖਤ ਦੀ ਜਿਹੜੀ ਛਿੱਲ ਹੈ ਉਹਦਾ ਇੱਕ ਛੋਟਾ ਜਿਹਾ ਲੰਗੋਟਾ ਜਾਂ ਇਹਨੇ ਆਪਣੇ ਲੱਕ ਦੁਆਲੇ ਕਪੀਨ ਬੰਨੀ ਹੋਈ ਹੈ। ਮਿਰਗਸ਼ਾਲਾ ਪਰ ਆਸਨ ਕੀਨਾ। ਔਰ ਮਿਰਗਸ਼ਾਲਾ ਦੇ ਉੱਤੇ ਇਹਨੇ ਆਸਣ ਲਾਇਆ ਹੋਇਆ ਹੈ। ਭਾਰੀ ਜਟਾ ਮੁਕਟ ਜੇ ਸੀਤਾ। ਜਿਸ ਸਾਧੂ ਦੇ ਸੀਸ ਦੇ ਉੱਤੇ ਬਹੁਤ ਭਾਰੀਆਂ ਜਟਾਵਾਂ ਹਨ। ਬੈਠੇ ਹਿਰਦੈ ਭਜਤ ਜਗਦੀਸ਼ਾ। ਇਹ ਬੈਠਾ ਹੈ ਤੇ ਹਿਰਦੇ ਵਿੱਚ ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ। ਅਨੰਦ ਲੋਕ ਠਾਂਡ ਹੋਏ ਰਹੇ। ਇਹਨਾਂ ਸਾਧੂਆਂ ਨੂੰ ਦੇਖ ਕੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਹੀ ਖੜੇ ਹੋ ਗਏ। ਮੁਰ ਸੁਵਸ ਪਦ ਕੋਮਲ ਕਹੇ। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਵੇਲੇ
ਸਤਿਗੁਰੂ ਨਾਨਕ ਦੇਵ ਜੀ ਨੇ ਮੈਨੂੰ ਇਹ ਬਚਨ ਆਖੇ। ਬਨਜ ਭਲੋ ਹਮ ਹੇਠਾਂ ਪਾਇਓ। ਕਹਿਣ ਲੱਗੇ ਭਾਈ ਵਾਲੇ ਬਹੁਤ ਚੰਗਾ ਭਲਾ ਬਣਜ ਬਹੁਤ ਨਫੇ ਵਾਲਾ ਸੌਦਾ ਮੈਂ ਇੱਥੇ ਪ੍ਰਾਪਤ ਕਰ ਲਿਆ ਹੈ। ਜਾਂਗੋ ਤਜਨੋ ਮਨ ਨੇ ਪਾਇਓ। ਇਹਨੂੰ ਛੱਡਣਾ ਤਾਂ ਕਹਿੰਦੇ ਮੇਰੇ ਮਨ ਨੂੰ ਹੁਣ ਭਾਉਂਦਾ ਨਹੀਂ। ਪਾਏ ਮੋਲ ਜੋ ਮਗ ਮੈਂ ਹੀਰਾ। ਕਹਿੰਦੇ ਜੇ ਕੋਈ ਬੰਦਾ ਰਸਤੇ ਵਿੱਚ ਤੁਰਿਆ ਜਾਂਦਾ ਰਾਹੀ ਬੜਾ ਅਮੋਲਕ ਹੀਰਾ ਪ੍ਰਾਪਤ ਕਰ ਲਵੇ, ਫੜਕ ਨਾ ਬਨ ਜੈ ਜੇ ਮਤ ਧੀਰਾ। ਕਹਿੰਦੇ ਮੁੜ ਕੇ ਉਹ ਕੱਚ ਨਹੀਂ ਵਿਹਾਜਦਾ। ਕੱਚ ਦਾ ਵਪਾਰ ਸ਼ੀਸ਼ੇ ਦਾ ਵਪਾਰ ਨਹੀਂ ਕਰਦਾ ਜਿਹੜਾ ਬੰਦਾ ਸਿਆਣਾ ਹੋਵੇ। ਖੋਜਤ ਮਦ ਪਿਉਕ ਕਰ ਆਈ। ਕੋਈ ਬੰਦਾ ਸ਼ਾਇਦ ਲੱਭਦਾ ਲੱਭਦਾ ਆ ਜਾਵੇ ਪਰ ਰਸਤੇ ਦੇ ਵਿੱਚ ਕਹਿੰਦੇ ਉਹਨੂੰ ਅੰਮ੍ਰਿਤ ਪ੍ਰਾਪਤ ਹੋ ਜਾਏ। ਜੋ ਜਾਣੈ ਨਿਜ ਭਾਗ ਭਲਾਈ। ਫਿਰ ਕਹਿੰਦੇ ਉਹ ਬੰਦਾ ਆਪਣੇ ਭਲੇ ਭਾਗ ਹੀ ਜਾਣੇਗਾ ਨਾ ਮੇਰੇ ਕਿੰਨੇ ਚੰਗੇ ਕਰਮ ਹੈ, ਮੈਂ ਲੱਭਦਾ ਕੀ ਸੀ ਤੇ ਮੈਨੂੰ ਕਿੰਨੀ ਅਮੋਲਕ ਵਸਤੂ ਪ੍ਰਾਪਤ ਹੋ ਗਈ। ਲੱਭਦਾ ਮੈਂ ਸ਼ਾਇਦ ਸੀ ਮੈਨੂੰ ਅੰਮ੍ਰਿਤ ਮਿਲ ਗਿਆ, ਉਹ ਤਾਂ ਕਹਿੰਦੇ ਬਹੁਤ ਵੱਡੇ ਭਾਗਾਂ ਵਾਲਾ ਹੋਵੇਗਾ। ਮੋਰ ਪਿਤਾ ਕੀ ਆਗਿਆ ਜੋ। ਬਾਕੀ ਭਾਈ ਬਾਲਾ ਜੀ ਪਿਤਾ ਜੀ ਦੀ ਆਗਿਆ ਵੀ ਇਸ ਤਰੀਕੇ ਹੈ। ਭਲੋ ਬਨਜ ਕਰਨੇ ਕੀ ਸੋ। ਉਹਨਾਂ ਨੇ ਆਗਿਆ ਆਪਾਂ ਨੂੰ ਇਹ ਕੀਤੀ ਹੈ ਵੀ ਕੋਈ ਭਲਾ ਬਣਜ ਕਰਿਓ, ਚੰਗਾ ਵਪਾਰ ਕਰਕੇ ਆਇਓ। ਜਾਂਦੇ ਬਨਜ ਲਾਭਦਾ ਔਰ ਨਾ। ਇਸ ਕਰਕੇ ਭਾਈ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਸ ਤੋਂ ਵੱਡਾ ਤਾਂ ਲਾਭ ਵਾਲਾ ਸੌਦਾ ਨਫੇ ਬੰਦਾ ਸੌਦਾ ਹੋਰ ਕੋਈ ਨਹੀਂ ਹੈ। ਫਿਰ ਦੇਖੋ ਜੇ ਸਭੀ ਠੌਰ ਨਾ। ਸੋ ਫਿਰ ਕਹਿੰਦੇ ਜੇ ਆਪਾਂ ਸਾਰੇ ਪਾਸੇ ਤੁਰ ਫਿਰ ਕੇ ਦੇਖ ਵੀ ਲਵਾਂਗੇ ਨਾ ਹੋਰ ਕਿਸੇ ਜਗ੍ਹਾ ਐਸਾ ਲਾਭ ਵਾਲਾ ਸੌਦਾ ਨਹੀਂ ਮਿਲੇਗਾ। ਇਹ ਰਜਤ ਪਣ ਇਹਨੇ ਚੜਾਵੇ। ਇਹ ਜਿਹੜੇ ਰੁਪਈਏ ਆ 20 ਆਪਣੇ ਕੋਲ ਆਪਾਂ ਇਹਨਾਂ ਨੂੰ ਭੇਟਾ ਵਜੋਂ ਚੜਾਵਾ ਚੜਾ ਦਈਏ ਅਸਨ ਬਸਨ ਤੇਰੇ ਸੁਖ ਪਾਵੇ। ਤਾਂ ਕਿ ਇਹ ਜਿਹੜੇ ਵਿਚਾਰੇ ਸਾਧੂ ਤਨ ਤੋਂ ਨੰਗੇ ਐ ਤੇ ਸਰੀਰ ਦੇ ਭੁੱਖੇ ਐ, ਇਹ ਆਪਣੇ ਸੁੱਖ ਵਾਸਤੇ ਕਹਿੰਦੇ ਇਹਨਾਂ ਦੇ ਕੋਈ ਭੋਜਨ ਪ੍ਰਸ਼ਾਦਾ ਲੈ ਕੇ ਛਕ ਲੈਣ ਤੇ ਵਸਤਰ ਵਗੈਰਾ ਲੈ ਕੇ ਧਾਰਨ ਕਰ ਲੈਣ। ਅਸ ਸੁਨ ਕਰ ਬਦ ਬਚ ਬੇਦੀ ਵਰਗੇ। ਇਸ ਤਰ੍ਹਾਂ ਸ੍ਰੇਸ਼ਟ ਬੇਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੈਂ ਜਦੋਂ ਵਚਨ ਸੁਣੇ ਤਾਂ ਸੁਣ ਕੇ ਮੈਂ ਬੋਲਿਓ ਕਾਲੂ ਦਿਸ ਡਰ ਕੇ। ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਾਲੂ ਜੀ ਦੇ ਗੁੱਸੇਖੋਰ ਸੁਭਾਅ ਤੋਂ ਡਰਦਿਆਂ ਹੋਏ ਆਖਿਆ। ਬਨ ਕਨ ਜੋ ਬਨ ਜਨ ਤਨ ਹੇਤੂ। ਕਹਿੰਦੇ ਜਿਵੇਂ ਕਬਾਣੀਆਂ ਵਪਾਰ ਕਰਦਾ ਹੈ, ਕਹਿੰਦੇ ਇਸ ਤਰ੍ਹਾਂ ਧਨ ਦੀ ਪ੍ਰਾਪਤੀ ਦੇ ਹੇਤ ਤੁਮ ਕੋ ਭੇਜਿਓ ਕਿਰਪਾ ਨਕੇਤੂ। ਇਹ ਕਿਰਪਾ ਦੇ ਘਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਪਿਤਾ ਨੇ ਧਨ ਖੱਟਣ ਵਾਸਤੇ ਵਪਾਰੀਆਂ ਦੇ ਵਾਂਗੂ ਵਪਾਰ ਕਰਨ ਵਾਸਤੇ ਭੇਜਿਆ ਹੈ। ਪੁਨ ਤੁਮ ਜਨ ਕੈ ਕਠਨ ਸੁਭਾਉ। ਬਾਕੀ ਕਹਿੰਦੇ ਤੁਸੀਂ ਆਪਣੇ ਪਿਤਾ ਦੇ ਕਠੋਰ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੋ। ਗੁਰੂ ਆਪ ਮੁਝ ਦੋਸ਼ ਨ ਕਾਉ। ਕਹਿੰਦੇ ਹੁਣ ਤੁਸੀਂ ਆਪੇ ਹੀ ਵਿਚਾਰ ਲਓ, ਬਾਅਦ ਵਿੱਚ ਮੈਨੂੰ ਦੋਸ਼ ਨਾ ਦਿਓ ਕੋਈ। ਪਿਤਾ ਪੁੱਤਰ ਕਰ ਲਿਓ ਨਵੇਰ। ਹਾਂ ਮੈਨੂੰ ਨਾ ਵਿੱਚ ਲਿਆਇਓ। ਫਿਰ ਕਹਿੰਦੇ ਪਿਤਾ ਪੁੱਤ ਆਪਣਾ ਆਪੇ ਹੀ ਨਵੇੜਾ ਕਰ ਲਿਓ। ਮੈਂ ਹਉ ਦਾਸ ਨ ਕਰੈ ਸੋਚਿਓ। ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ। ਨਾ ਕਰਹਿ ਸੋਚੇ ਰੋ। ਕਹਿੰਦੇ ਮੈਂ ਨਹੀਂ ਕੋਈ ਝਗੜਾ ਚਾਹੁੰਦਾ ਵੀ ਤੁਹਾਡੇ ਪਿਤਾ ਪੁੱਤਰ ਵਿੱਚ ਵੀ ਕੋਈ ਝਗੜਾ ਹੋਵੇ ਜਾਂ ਮੈਂ ਵਿੱਚ ਕੋਈ ਦਖਲ ਅੰਦਾਜ਼ੀ ਕਰਾਂ ਤੁਹਾਡੀ ਗੱਲਬਾਤ ਦੇ। ਇਸ ਕਰਕੇ ਮੈਨੂੰ ਤਾਂ ਆਪਣਾ ਦਾਸ ਸੇਵਾਦਾਰ ਸਮਝੋ। ਜੋ ਮਨ ਆਏ ਕਰੋ ਤਿਉ ਖਾਰਾ। ਬਾਕੀ ਪਾਤਸ਼ਾਹ ਜੀ ਜਿਵੇਂ ਤੁਹਾਡੇ ਮਨ ਨੂੰ ਭਾਉਂਦਾ ਚੰਗਾ ਲੱਗਦਾ ਉਸ ਤਰ੍ਹਾਂ ਦਾ ਕਾਰਾ ਕਰੋ, ਉਸ ਤਰ੍ਹਾਂ ਦਾ ਕਾਰ ਵਿਹਾਰ ਕਰ ਲਓ। ਆਉ ਤੋ ਨਿਤ ਰਾਵਰ ਅਨੁਸਾਰਾ। ਮੈਂ ਤਾਂ ਮਹਾਰਾਜ ਨਿੱਤਾ ਪ੍ਰਤੀ ਹਮੇਸ਼ਾ ਹੀ ਆਪ ਜੀ ਦਾ ਅਨੁਸਾਰੀ ਹਾਂ, ਆਪ ਜੀ ਦੀ ਆਗਿਆ ਵਿੱਚ ਰਹਿਣ ਵਾਲਾ ਸੇਵਾਦਾਰ ਹਾਂ। ਮੈਂ ਤਾਂ ਹਮੇਸ਼ਾ ਤੁਹਾਡੇ ਹੁਕਮ ਨੂੰ ਮੰਨਣ ਵਾਲਾ ਬੰਦਾ ਹਾਂ। ਹੇਤ ਤਜਬੈ ਬਾਲ ਕਨ ਮਾਰੀ। ਜਦੋਂ
ਬਾਲਕ ਉਮਰ ਦੇ ਵਿੱਚ ਬਾਲਕਾਂ ਦੇ ਨਾਲ ਆਪਾਂ ਰਲ ਮਿਲ ਕੇ ਖੇਡਦੇ ਹੁੰਦੇ ਸੀ। ਤਬ ਹੀ ਸੰਗ ਤਰਿਓ ਮੈਂ ਨਾਹੀ। ਉਦੋਂ ਦਾ ਮੈਂ ਤੁਹਾਡਾ ਸਾਥੀ ਹਾਂ, ਹੁਣ ਤੱਕ ਮੈਂ ਤੁਹਾਡਾ ਸੰਗ ਸਾਥ ਛੱਡਿਆ ਨਹੀਂ। ਜਿਉ ਜਿਉ ਮਨ ਕੋ ਦੇ ਦਰਦਾਈ। ਜਿਵੇਂ ਜਿਵੇਂ ਤੁਹਾਡੀ ਰਜ਼ਾ ਹੁੰਦੀ ਹੈ ਮੈਨੂੰ ਹੁਕਮ ਦਿੰਦੇ ਰਹਿੰਦੇ ਹੋ। ਜਿਉ ਜਿਉ ਕਰੋ ਸਦਾ ਸੁਖ ਪਾਈ। ਮਹਾਰਾਜ ਮੈਂ ਤਾਂ ਤੁਹਾਡੀ ਆਗਿਆ ਦਾ ਉਵੇਂ ਉਵੇਂ ਪਾਲਣ ਕਰਦਾ ਰਹਿਣਾ ਤੇ ਮੈਂ ਸੁਖ ਪ੍ਰਾਪਤ ਕਰਦਾ ਹਾਂ ਤੁਹਾਡਾ ਹੁਕਮ ਮੰਨ ਕੇ। ਕਰਨੋ ਚਿਤ ਕਰੀਏ ਗੁਣ ਹੋਰ ਮੈਂ। ਮਹਾਰਾਜ ਮੈਂ ਤੁਹਾਡੇ ਹੁਕਮ ਦਾ ਤਾਬੇਦਾਰ ਹਾਂ ਤੇ ਜਿਵੇਂ ਤੁਹਾਨੂੰ ਕਰਨਾ ਉਚਿਤ ਲੱਗਦਾ, ਯੋਗ ਲੱਗਦਾ, ਠੀਕ ਲੱਗਦਾ ਹੈ, ਫਿਰ ਵੀ ਮਨ ਦੇ ਵਿੱਚ ਵਿਚਾਰ ਕਰ ਲਓ। ਇੱਕ ਵਾਰੀ ਵਿਚਾਰ ਕਰਕੇ ਉਸੇ ਤਰ੍ਹਾਂ ਕਰ ਲਿਓ ਜਿਵੇਂ ਠੀਕ ਲੱਗੇ। ਆਸ ਕਾਹੇ ਮੈਂ ਦੀਨੋ ਧਨ ਕਰ ਮੈਂ। ਇਉਂ ਕਹਿ ਕੇ ਮਹਾਰਾਜ ਫਿਰ ਕਹਿੰਦੇ ਮੈਂ ਜਿਹੜੇ 20 ਰੁਪਏ ਆਪਣੇ ਹੱਥ ਦੇ ਵਿੱਚ ਪਿਤਾ ਮਹਿਤਾ ਕਾਲੂ ਤੋਂ ਲਏ ਸੀ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਹੱਥ ਫੜਾ ਦਿੱਤੇ। ਕਰ ਮੈਂ ਦੇ ਕਾਰ ਜਗਤ ਬਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ 20 ਰੁਪਏ ਆਪਣੇ ਹੱਥ ਵਿੱਚ ਲੈ ਕੇ ਗਏ ਮਹੰਤ ਸੰਤ ਜੈ ਸਭ ਹੀ। ਜਿੱਥੇ ਸਾਰੇ ਇਹ ਸੰਤ ਮਹੰਤ ਮਹਾਤਮਾ ਬੈਠੇ ਸਨ ਉਹਨਾਂ ਦੇ ਪਾਸ ਚਲੇ ਗਏ। ਹਰ ਬੰਦਨ ਤਨ ਕੇ ਜਗ ਵੈਸੇ। ਨਮਸਕਾਰ ਕਰਕੇ ਇਹ ਸਾਧੂ ਨੂੰ ਇਹਨਾਂ ਦੇ ਕੋਲ ਬੈਠ ਗਏ। ਕੁੰਭਜ ਨਿਕਟ ਗੌਤਮ ਗੁਰ ਜੈਸੇ। ਜਿਵੇਂ ਕੁੰਭਜ ਅਗਸਤ ਮੁਨੀ ਦੇ ਕੋਲ ਜਾ ਕੇ ਭਗਵਾਨ ਰਾਮਚੰਦਰ ਜੀ ਬੈਠੇ ਸਨ। ਮਰਦਰ ਮਦਰ ਕਰਨਾ ਸਭ ਸਾਨੀ। ਔਰ ਬੜੀ ਕੋਮਲ ਮਿੱਠੇ ਤੇ ਕਿਰਪਾ ਦੇ ਨਾਲ ਭਰਪੂਰ ਬਚਨ। ਬੋਲੇ ਪਰਮ ਮਨੋਹਰ ਬਾਣੀ। ਬਹੁਤ ਹੀ ਸ੍ਰੇਸ਼ਟ ਮਨ ਨੂੰ ਹਰਨ ਵਾਲੀ, ਮਨ ਨੂੰ ਲੁਭਾਏਮਾਨ ਕਰਨ ਵਾਲੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਬੋਲੇ। ਨਗਨ ਅੰਗ ਜਨ ਦੇਨ ਬਤਾਵਤ। ਕਹਿਣ ਲੱਗੇ ਮਹਾਤਮਾ ਜੀ ਤੁਸੀਂ ਆਪਣੇ ਆ ਨਗਨ ਅੰਗਾਂ ਦੇ ਨਾਲ ਨੰਗੇ ਧੜੰਗੇ ਰਹਿੰਦੇ ਹੋਏ ਦਿਨ ਰਾਤ ਬਤੀਤ ਕਰਦੇ ਹੋ। ਪੈਰਤ ਨਹੀਂ ਕਿ ਹੱਥ ਨ ਆਵਤ। ਮੈਨੂੰ ਇਹ ਦੱਸੋ ਵੀ ਤੁਸੀਂ ਜਾਣ ਬੁੱਝ ਕੇ ਪਹਿਨਦੇ ਨਹੀਂ ਜਾਂ ਤੁਹਾਡੇ ਹੱਥ ਨਹੀਂ ਆਉਂਦੇ, ਤੁਹਾਨੂੰ ਪ੍ਰਾਪਤ ਨਹੀਂ ਹੁੰਦੇ ਵਸਤਰ। ਸਿਰਤ ਮੈਂ ਤਨ ਸੀਤ ਸਤਾਵਤ। ਕਹਿਣ ਲੱਗੇ ਮਹਾਤਮਾ ਜੀ ਸਰਦੀ ਦੀ ਰੁੱਤ ਹੈ ਤੇ ਇਹੋ ਜੀ ਰੁੱਤ ਦੇ ਵਿੱਚ ਤਨ ਨੂੰ, ਸਰੀਰ ਨੂੰ ਜਿਹੜੀ ਠੰਡ ਹੈ, ਸਰਦੀ ਹੈ, ਬਹੁਤ ਸਤਾਉਂਦੀ ਹੈ। ਮੋਰ ਬਰਕਾ ਉਸਨ ਤਪਾਵਤ। ਫਿਰ ਕਹਿੰਦੇ ਵਰਖਾ ਰੁੱਤ ਆਵੇ ਉਹ ਵੀ ਸਰੀਰ ਨੂੰ ਤੰਗ ਕਰੇਗੀ, ਨੰਗੇ ਸਰੀਰ ਨੂੰ ਤਾਂ, ਤੇ ਉਸਨ ਜੇ ਗਰਮੀ ਆ ਗਈ ਉਹ ਵੀ ਸਰੀਰ ਨੂੰ ਤਪਾ ਕੇ ਰੱਖ ਦਿੰਦੀ ਹੈ। ਅਚਬੋ ਅਸਨ ਕੇ ਰਹੋ ਅਸਨ ਸਨਾ। ਦੂਜੀ ਗੱਲ ਮੈਨੂੰ ਦੱਸੋ ਵੀ ਭੋਜਨ ਤੁਸੀਂ ਛਕ ਲੈਂਦੇ ਹੋ ਜਾਂ ਬਿਨਾਂ ਭੋਜਨ ਛਕੇ ਗੁਜ਼ਾਰਾ ਕਰਦੇ ਹੋ? ਦੀਦ ਖੇਦ ਤਨ ਜੋ ਬਿਨ ਬਸਨਾ। ਕਿਉਂਕਿ ਤੁਹਾਡੇ ਵਸਤਰਾਂ ਤੋਂ ਜਿਹੜਾ ਬਗੈਰ ਸਰੀਰ ਹੈ, ਜਿਵੇਂ ਕਹਿੰਦੇ ਇਹਨੂੰ ਤੁਸੀਂ ਖੇਦ ਦਿੰਦੇ ਹੋ, ਦੁੱਖ ਦਿੰਦੇ ਹੋ। ਪ੍ਰਭਾਵਾਨ ਸੁੰਦਰ ਸਰਬੰਗਾ। ਇਸ ਪ੍ਰਕਾਰ ਜਿਹੜੇ ਤੁਹਾਡੇ ਬੜੇ ਪ੍ਰਭਾਵਸ਼ਾਲੀ, ਬੜੇ ਸੁੰਦਰ ਸ਼ਬਦੇ ਸਹਿਤ ਅੰਗ ਹਨ ਸਰੀਰ ਦੇ। ਭਸਮ ਸੰਗ ਸੋਗੀਨ ਪੁਰੰਗਾ। ਤੁਸੀਂ ਭਸਮ ਮਲ ਕੇ, ਸੁਆਹ ਰਾਖ ਮਲ ਕੇ ਉਹਨਾਂ ਨੂੰ ਭੈੜੇ ਰੰਗ ਦੇ ਕਰ ਰੱਖਿਆ ਹੈ। ਸੰਤ ਰੂਪ ਮਦ ਭਲੋ ਉਤੰਗਾ। ਤੁਸੀਂ ਸਾਧੂ ਮਹਾਤਮਾ ਰੂਪ ਹੋ, ਸੰਤ ਹੋ, ਤੇ ਮੈਂ ਜਾਣਿਆ ਕਿ ਤੁਹਾਡੀ ਮੱਤ ਜਿਹੜੀ ਹੈ ਬਹੁਤ ਉੱਚੀ ਹੈ। ਪੁੱਤਰ ਦੀਜੈ ਸੰਗ ਮੰਗਾ। ਇਸ ਕਰਕੇ ਬੜੇ ਉਤਸ਼ਾਹ ਦੇ ਸਹਿਤ ਜਿਹੜੇ ਮੈਂ ਸਵਾਲ ਪੁੱਛੇ ਹੈ ਤੁਸੀਂ ਉਸੇ ਉਤਸ਼ਾਹ ਦੇ ਵਿੱਚ ਮੈਨੂੰ ਉੱਤਰ ਦਿਓ। ਰਿਖੀਕੇਸ਼ ਬਦਨ ਬੋਲਿਓ ਬਾਣੀ। ਉਸ ਵੇਲੇ ਜਿਹੜਾ ਇਹ ਰਿਖੀਕੇਸ਼ ਕੇਸਾਧਾਰੀ ਵੱਡੀਆਂ ਵੱਡੀਆਂ ਜਟਾਵਾਂ ਵਾਲਾ ਸੰਤ ਹੈ ਬੋਲਿਆ ਸੁਣ ਕੇ। ਭਗਤ ਜੋ ਮਾਰਗ ਤਾਰ ਸਸਾਨੀ। ਹਾਂ, ਉਹਦੀ ਜਿਹੜੀ ਬੋਲੀ ਹੈ, ਉਹਦੇ ਜਿਹੜੇ ਬਚਨ ਹੈ ਇੰਨੇ ਰਸੀਲੇ ਹੈ ਵੀ ਮਨ ਨੂੰ ਮੁਕਤੀ ਦੇ ਮਾਰਗ ਦੇ ਨਾਲ ਮਿਲੇ ਹੋਏ ਹਨ। ਸਾਧ ਬੇਵਜਨ ਧਰਿਓ ਸਰੀਰਾ। ਜਿਨ੍ਹਾਂ ਨੇ ਸਾਧੂਆਂ ਵਾਲਾ ਭੇਖ ਆਪਣੇ ਸਰੀਰ ਦਾ ਧਾਰਨ ਕੀਤਾ ਹੋਇਆ ਹੈ। ਤਾਂਗੋ ਚਈਅਤ ਸੰਜਮ ਤੀਰਾ। ਕਹਿਣ ਲੱਗੇ ਮਹਾਤਮਾ, ਕਹਿੰਦੇ ਜਿਨ੍ਹਾਂ ਲੋਕਾਂ ਨੇ ਸਾਧੂਆਂ ਵਾਲਾ ਸਰੀਰ ਧਾਰਨ ਕਿ ਸਾਧੂਆਂ ਵਾਲਾ ਭੇਖ ਦਾ ਪਹਿਰਾਵਾ ਧਾਰਨ ਕੀਤਾ ਹੋਵੇ ਸਰੀਰ ਦੇ ਉੱਤੇ, ਉਹਨਾਂ ਨੂੰ ਕਹਿੰਦੇ ਜਿਹੜੇ ਕੱਪੜੇ ਵਸਤਰ ਹੈ ਉਹਨਾਂ ਦੇ ਪਹਿਨਣ ਦੇ ਵਿੱਚ ਵੀ ਸੰਜਮ ਕਰਨਾ ਚਾਹੀਦਾ, ਕੋਈ ਬਹੁਤੇ ਲਚਕੀਲੇ ਭੜਕੀਲੇ ਨਾ ਹੋਣ। ਬਾਰ ਸੁਨੋ ਭੋਜਨ ਕੀ ਰੀਤੀ।
ਫਿਰ ਸੁਣੋ ਕਹਿੰਦੇ ਜਿਹੜੀ ਭੋਜਨ ਦੀ ਰੀਤੀ ਰਿਵਾਜ ਮਰਿਆਦਾ ਹੈ। ਜੇ ਹਮ ਜਾਥੈ ਹੋਤ ਰੀਤੀ। ਜੇ ਕਹਿੰਦੇ ਅਸੀਂ ਭੋਜਨ ਦੀ ਰੀਤੀ ਵਾਲੇ ਪਾਸੇ ਤੁਰ ਪਈਏ, ਇਹ ਅਸੀਂ ਜਾਚੀਏ, ਮਨ ਦੇ ਵਿੱਚ ਇੱਛਾ ਰੱਖੀਏ ਵੀ ਅਸੀਂ ਗ੍ਰਸਤੀਆਂ ਦੇ ਦੁਆਰਿਆਂ ਉੱਤੇ ਜਾ ਕੇ ਮੰਗ ਕੇ ਲੈ ਆਈਏ, ਫਿਰ ਵੀ ਕਹਿੰਦੇ ਇਹ ਨੀਤੀ ਦੇ ਉਲਟ ਹੈ, ਅਨੀਤੀ ਹੋ ਜਾਵੇਗੀ, ਮਰਿਆਦਾ ਤੋਂ ਉਲਟ ਕੰਮ ਹੋਵੇਗਾ। ਸਿੰਘਾਸਨ ਸੰਤੋਖ ਸੁਹਾਵਾ। ਇਸ ਕਰਕੇ ਕਹਿੰਦੇ ਜਿਹੜਾ ਸੰਤੋਖ ਰੂਪੀ ਸਿੰਘਾਸਣ ਹੈ ਬਹੁਤ ਸ਼ੋਭਾ ਵਾਲਾ ਹੈ। ਤਾਂ ਪਰ ਬੈਸ ਪਰਮ ਸੁਖ ਪਾਵਾ। ਅਸੀਂ ਤਾਂ ਸੰਤੋਖ ਦੇ ਸਿੰਘਾਸਣ ਉੱਤੇ ਬੈਠੇ ਹੀ ਸੁਖ ਪਾਉਂਦੇ ਹਾਂ, ਭਾਵ ਅਸੀਂ ਸੰਤੋਖ ਧਾਰਨ ਕੀਤਾ ਹੋਇਆ ਹੈ। ਪਰਾਲਬਧ ਸੋ ਦਾਸ ਹਮਾਰੀ। ਤੇ ਪਰਾਲਬਧ ਦੇ ਨਾਲ ਕਹਿੰਦੇ ਸਾਡੀ ਕਿਸਮਤ ਦੇ ਨਾਲ ਜਿਹੜੇ ਕੋਈ ਸਾਡੇ ਦਾਸ ਸੇਵਾਦਾਰ ਹਨ, ਸੇਵਾ ਕਰੇ ਅਨੇਕ ਪ੍ਰਕਾਰੀ। ਅਸੀਂ ਤਾਂ ਪਰਾਲਬਧ ਨੂੰ ਦਾਸ ਜਾਣਿਆ, ਤੇ ਸਾਡੀ ਕਿਸਮਤ ਦੇ ਮੁਤਾਬਕ ਜਿਹੜੇ ਕੋਈ ਦਾਸ ਸੇਵਾਦਾਰ ਹੈ ਉਹ ਅਨੇਕਾਂ ਪ੍ਰਕਾਰ ਦੀ ਆ ਕੇ ਆਪਣੇ ਆਪ ਹੀ ਸਾਡੀ ਸੇਵਾ ਕਰ ਜਾਂਦੇ ਹਨ। ਸੁਭਟ ਸੰਗ ਬੋ ਵਿਦ ਤਪ ਤਾਪਨ। ਤੇ ਜਿਹੜਾ ਬਹੁਤ ਤਰੀਕਿਆਂ ਦੇ ਨਾਲ ਤਪ ਦਾ ਤਾਪਣਾ ਨਾ, ਤਪ ਸਾਧਨਾ ਕਰਨੀ ਹੈ, ਇਹ ਇਉਂ ਸਮਝ ਲਓ ਵੀ ਸਾਡੇ ਨਾਲ ਸ਼ਸਤਰਧਾਰੀ ਸੂਰਮਿਆਂ ਦੀ ਫੌਜ ਹੈ। ਮੋਹ ਨਿਰਭਤ ਕੀ ਪ੍ਰਤਨਾ ਆਪਨ। ਤੇ ਮੋਹ ਰੂਪੀ ਜਿਹੜਾ ਰਾਜਾ ਹੈ ਉਸ ਨੂੰ ਕਹਿੰਦੇ ਹਰਾਉਣ ਵਾਸਤੇ ਮੋਹ ਰਾਜੇ ਦੀ ਸੈਨਾ ਨੂੰ ਖਪਾਉਣ ਵਾਲੇ ਹਨ ਜਿਹੜੇ ਤਪ ਆਦਿਕ ਸਾਧਨ ਹਨ। ਸਤਿ ਸੀਸ ਪਰ ਝੂਲੰ। ਸਤ ਸਰੂਪ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਛਤਰ ਹਮੇਸ਼ਾ ਸਾਡੇ ਸਿਰ ਦੇ ਉੱਤੇ ਝੂਲਦਾ ਹੈ। ਜਿਸ ਨੂੰ ਦੇਖ ਕੇ ਜਿਹੜੇ ਦੁਸ਼ਮਣ ਹੈ, ਪ੍ਰਤਿਕੂਲ ਹੈ, ਸਾਡੇ ਤੋਂ ਉਲਟ ਹੈ, ਉਹ ਕਹਿੰਦੇ ਦਬ ਜਾਂਦੇ ਹਨ। ਜਦੋਂ ਦਾ ਕਹਿੰਦੇ ਅਸੀਂ ਇਹੋ ਜਿਹਾ ਅਬਚਲ ਸੁਖ ਪਾਇਆ, ਨਾ ਚਲੇ ਜਾਣ ਵਾਲਾ, ਹਮੇਸ਼ਾ ਰਹਿਣ ਵਾਲਾ ਸਦੀਵੀ ਸੁਖ ਪ੍ਰਾਪਤ ਕੀਤਾ ਹੈ। ਉਸ ਵੇਲੇ ਕਹਿੰਦੇ ਸਾਡਾ ਮਨ ਜਿਹੜਾ ਹੈ ਹੋਰ ਕਿਸੇ ਵੱਲੋਂ ਮੋਹਿਆ ਨਹੀਂ ਜਾਂਦਾ, ਭਰਮਾਇਆ ਨਹੀਂ ਜਾ ਰਿਹਾ। ਇਸ ਸੰਤ ਦੀਆਂ ਬੜੀਆਂ ਉਕਤੀਆਂ ਜੁਗਤੀਆਂ ਦਲੀਲਾਂ ਦੇ ਸਹਿਤ ਜਿਹੜੇ ਬਚਨ ਸੁਣ ਕੇ ਮਹਾਰਾਜ ਨੇ ਉਸ ਵੇਲੇ ਬੜੇ ਖੁਸ਼ ਹੋ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ। ਕਹਿਣ ਲੱਗੇ ਮਹਾਤਮਾ ਜੀ, ਮੇਰੇ ਮਨ ਦੀ ਇੱਛਾ ਹੈ ਕਿ ਮੈਂ ਤੁਹਾਡਾ ਨਾਮ ਤੁਹਾਡੇ ਮੁਖਾਰਬਿੰਦ ਤੋਂ ਸੁਣਾ, ਕਿਉਂਕਿ ਤੁਸੀਂ ਧੰਨ ਹੋ, ਤੁਸੀਂ ਧਰਮ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਕੇ ਰੱਖਿਆ ਹੋਇਆ, ਨਿਯਮਾਂ ਦੇ ਪੱਕੇ ਹੋ, ਔਰ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਆਸਾ ਕੀਤੀ ਹੋਈ ਹੈ, ਹੋਰ ਕਿਸੇ ਤੋਂ ਉਮੀਦ ਨਹੀਂ ਰੱਖਦੇ। ਔਰ ਪਰਾਏ ਲੋਕਾਂ ਦਾ, ਹੋਰ ਲੋਕਾਂ ਦਾ ਜਿਹੜਾ ਪ੍ਰਵਿਰਤੀ ਗ੍ਰਸਤੀ ਆਦਿਕ ਹੈ, ਕਹਿੰਦੇ ਉਹਨਾਂ ਨੂੰ ਛੱਡ ਕੇ, ਉਹਨਾਂ ਤੋਂ ਉਮੀਦ ਛੱਡ ਕੇ ਆਪਣੇ ਆਪ ਨੂੰ ਕਹਿੰਦੇ ਨਿਰਵਿਰਤੀ ਦੇ ਰਸਤੇ ਦੇ ਉੱਤੇ ਚਲਾਇਆ ਹੋਇਆ, ਨਿਰਵਿਰਤੀ ਵਾਲਾ ਜਿਹੜਾ ਪੱਗ, ਨਿਰਵਿਰਤੀ ਵਾਲੇ ਪਾਸੇ ਪੈਰ ਧਾਰਨ ਕੀਤੇ ਹੋਏ ਹਨ। ਔਰ ਤੁਹਾਡੀ ਮੱਤ ਜਿਹੜੀ ਹੈ ਬੜੀ ਸ੍ਰੇਸ਼ਟ ਹੈ, ਬੜੇ ਚੰਗੀ ਪ੍ਰਾਪਤੀ ਵਾਲੇ ਸੰਤਾਂ ਵਾਲੇ ਰਸਤੇ ਉੱਤੇ ਤੁਸੀਂ ਚੱਲੇ ਹੋਏ ਹੋ। ਔਰ ਤੁਹਾਡਾ ਜਿਹੜਾ ਸੁਭਾਅ ਹੈ ਬੜਾ ਸ਼ਾਂਤੀ ਵਾਲਾ ਹੈ, ਸ਼ਾਂਤੀ ਰੂਪੀ ਬੇਲ ਜਿਹੜੀ ਹੈ ਉਹ ਤੁਸੀਂ ਚੰਗੇ ਤਰੀਕੇ ਦੇ ਨਾਲ ਪਾਲੀ ਹੋਈ ਹੈ। ਫਿਰ ਇਹ ਜਿਹੜਾ ਮੁਖੀ ਮਹੰਤ ਸੰਤ ਸੀ ਉਹ ਸ਼ੁਭ ਬਾਣੀ ਬੋਲਿਆ। ਕਹਿਣ ਲੱਗਾ, ਹੇ ਸ੍ਰੇਸ਼ਟ ਬੁੱਧੀ ਵਾਲੇ, ਤੁਸੀਂ ਵੀ ਬਹੁਤ ਗੁਣਾਂ ਦੀ ਖਾਣ ਹੋ। ਤੁਸੀਂ ਇਹ ਜਿਹੜੀ ਕਿਸ਼ੋਰ ਅਵਸਥਾ ਦੇ ਵਿੱਚ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਮਾਨ ਤੋਂ ਰਹਿਤ ਹੋਏ ਹੋ। ਔਰ ਸਤ ਸੰਗਤ ਕਰਨ ਦੇ ਵਿੱਚ ਤੁਹਾਡੀ ਜਿਹੜੀ ਸ਼ੁਭ ਮਤ ਲੁਭਾਇਮਾਨ ਹੋ ਰਹੀ ਹੈ। ਉਸ ਵੇਲੇ ਮਹਾਤਮਾ ਨੇ ਦੱਸਿਆ, ਕਹਿੰਦਾ ਜੀ ਮੇਰਾ ਨਾਮ ਸੰਤ ਰੇਣ ਹੈ। ਕਹਿਣ ਲੱਗਾ ਕਿ ਮੇਰਾ ਇਹ ਜਿਹੜਾ ਨਾਂ ਹੈ ਇਹ ਮੇਰੇ ਗੁਰੂ ਦੇ ਬਚਨਾਂ ਦੇ ਨਾਲ ਚੰਗੀ ਤਰ੍ਹਾਂ ਸੋਧ ਕੇ ਰੱਖਿਆ ਗਿਆ ਕਿ ਤੂੰ ਸਾਧੂਆਂ ਦੇ ਚਰਨਾਂ ਦੀ ਧੂੜ ਹੈ, ਰੇਣ ਨਾਮ ਧੂੜੀ ਦਾ ਹੈ।
ਸੰਤਾਂ ਦੇ ਚਰਨਾਂ ਦੀ ਧੂੜੀ ਹੈ। ਇਸ ਕਰਕੇ ਮੇਰੇ ਗੁਰੂ ਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਮੇਰਾ ਇਹ ਨਾਮ ਸੰਤਰੇਣ ਰੱਖਿਆ ਹੈ। ਦੀਨ ਗਰੀਬੀ ਕੋ ਸਰਪਾਓ। ਔਰ ਨਾਲ ਹੀ ਮੇਰੇ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਮਨ ਦੀ ਗਰੀਬੀ ਦਾ ਸਰੂਪ ਪਾਓ ਮੈਨੂੰ ਦਿੱਤਾ ਹੈ। ਸੋਜਾ ਸਦਾ ਸਭ ਪਤਤ ਪ੍ਰਭਾਓ। ਸੋ ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੀ ਮਹਿਮਾ ਦੇ ਨਾਲ ਮੇਰਾ ਜਸ ਵੀ ਬਹੁਤ ਵੱਧ ਰਿਹਾ ਤੇ ਮੇਰਾ ਤੇਜ ਪ੍ਰਤਾਪ ਪ੍ਰਭਾਵ ਵੀ ਲੋਕਾਂ ਵਿੱਚ ਬਹੁਤ ਹੈ। ਹਿਰਦੇ ਪ੍ਰਸਿੱਧੇ ਸੁਨੋ ਕਰ ਨਾਮੋ। ਸਤਿਗੁਰੂ ਨਾਨਕ ਦੇਵ ਜੀ ਸੰਤ ਰੇਣ ਜੀ ਤੋਂ ਉਹਦਾ ਨਾਮ ਸੁਣ ਕੇ ਬੜੇ ਪ੍ਰਸੰਨ ਹੋਏ ਹਿਰਦੇ ਵਿੱਚ। ਜੋ ਕਬ ਮੁਕਤ ਸੁਨਤ ਮਤ ਧਾਮੋ। ਜਿਵੇਂ ਸਾਧ ਸੰਗਤ ਜੀ ਕਿਸੇ ਬਹੁਤ ਚੰਗੇ ਕਿਸਮ ਦੇ ਕਵੀ ਤੋਂ ਕੋਈ ਕਵਿਤਾ ਦਾ ਪਿਆਰਾ ਚੰਗੀ ਮੱਤ ਵਾਲਾ ਜਿਹੜਾ ਬੰਦਾ ਉਹ ਸੋਹਣੀ ਕਵਿਤਾ ਸੁਣ ਕੇ ਖੁਸ਼ ਹੋ ਜਾਂਦਾ ਹੈ। ਕੁਝ ਸੋ ਕਹਿਣ ਲਗੇ ਤੇ ਕਾਲਾ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਮੈਨੂੰ ਕਹਿਣ ਲੱਗੇ, ਤਜਿਓ ਨ ਜਾਏ ਬਨਜ ਇਹ ਬਾਲਾ। ਕਹਿੰਦੇ ਭਾਈ ਬਾਲੇ ਇਹ ਜਿਹੜਾ ਵਣਜ ਹੈ, ਇਹ ਜਿਹੜਾ ਵਪਾਰ ਹੈ, ਸੱਚਾ ਸੌਦਾ, ਇਹ ਮੈਥੋਂ ਤਾਂ ਨਹੀਂ ਛੱਡਿਆ ਜਾਂਦਾ। ਕਰਦੇ ਧਨ ਧਾਰ ਕਰ ਮਹੰਤਾ। ਉਸ ਵੇਲੇ ਆਪਣੇ ਹੱਥ ਦੇ ਨਾਲ ਮਹੰਤਾਂ ਦਾ ਮੁਖੀ, ਸੰਤਾਂ ਦਾ ਮੁਖੀ ਜਿਹੜਾ ਸੰਤ ਰੇਣ ਹੈ ਉਹਦੇ ਅੱਗੇ ਧਨ ਰੱਖ ਦਿੱਤਾ, 20 ਰੁਪਏ ਰੱਖ ਦਿੱਤੇ ਅਸਨ ਕਰਾਵੋ ਕੈ ਜਗਵੰਤਾ। ਤੇ ਵਚਨ ਕੀਤੇ ਜਗਤ ਦੇ ਕੰਤ, ਜਗਤ ਦੇ ਸੁਆਮੀ, ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਮਹਾਤਮਾ ਜੀ ਇਹਨਾਂ 20 ਰੁਪਈਆਂ ਦੇ ਨਾਲ ਆਪ ਅਤੇ ਆਪਣੇ ਸਾਥੀਆਂ ਨੂੰ ਭੋਜਨ ਕਰਵਾ ਦਿਓ। ਅਮਨੇ ਤੁਮਰੀ ਸਾਬਤ ਜਾਨੀ। ਅਸੀਂ ਤੁਹਾਡੀ ਸਾਰੇ ਤਰੀਕਿਆਂ ਦੇ ਨਾਲ ਇਹ ਗਤੀ ਨੂੰ ਜਾਣ ਲਿਆ ਹੈ। ਕਰਤਨਾ ਪ੍ਰਾਰਥਨਾ ਗੁਨਾਨੀ। ਕਿਉਂਕਿ ਤੁਸੀਂ ਕਿਸੇ ਅੱਗੇ ਜਾ ਕੇ ਹੱਥ ਨਹੀਂ ਅੱਡਦੇ, ਕਿਸੇ ਅੱਗੇ ਪ੍ਰਾਰਥਨਾ ਨਹੀਂ ਕਰਦੇ ਜਿਹਦੇ ਨਾਲ ਤੁਹਾਡੇ ਗੁਣਾਂ ਦੀ ਹਾਨੀ ਹੋਵੇ। ਕਿਉਂਕਿ ਸਾਧ ਸੰਗਤ, ਸਾਧੂ ਸੰਤ ਮਹਾਤਮਾ ਉਹੀ ਹੈ ਜਿਹੜਾ ਕਿਸੇ ਦੇ ਅੱਗੇ ਹੱਥ ਨਾ ਫੈਲਾਵੇ। ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਮਾਇਆ ਨੂੰ ਮਨਾ ਨਾ ਕਰੇ ਤੇ ਆਈ ਹੋਈ ਨੂੰ ਜਮਾ ਨਾ ਕਰੇ। ਉਹ ਸਾਧੂ ਹੈ ਜਿਹੜਾ ਕਿਸੇ ਦੇ ਦਰ ਦਾ ਸਾਧ ਸੰਗਤ ਜੀ ਭਿਖਾਰੀ ਨਾ ਬਣੇ, ਬਲਕਿ ਰੱਬ ਤੋਂ ਮੰਗੇ ਜਿਹੜੀ ਮੰਗ ਮੰਗਣੀ ਹੈ। ਸੋ ਰੱਬ ਤੋਂ ਮੰਗਾ ਮੰਗਣ ਵਾਲਾ ਉਹ ਫਿਰ ਬੇਪਰਵਾਹ ਹੋ ਸਕਦਾ। ਜਿਹਨੂੰ ਕਿਸੇ ਦੀਆਂ ਆਸਾਂ ਹੋਣ, ਕਿਸੇ ਤੇ ਉਮੀਦ ਹੋਵੇ, ਬੰਦਿਆਂ ਦਾ ਬੰਦਾ ਤਾਂ ਹੋ ਸਕਦਾ, ਉਹ ਰੱਬ ਦਾ ਬੰਦਾ ਨਹੀਂ ਹੋ ਸਕਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਮੁਹਿੰਮ ਦੇ ਉੱਤੇ ਚੜ੍ਹਨ ਲੱਗੇ। ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਹੋਏ ਆ ਮਾਝੇ ਦੀ ਧਰਤੀ ਦੇ ਉੱਤੇ, ਤਰਨਤਾਰਨ ਸਾਹਿਬ ਵਾਲੇ ਇਲਾਕੇ ਵਿੱਚ। ਬਹੁਤ ਮਾਨਤਾ ਹੈ ਉਹਨਾਂ ਮਹਾਤਮਾ ਦੀ। ਅੱਜ ਵੀ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਦੇ ਸਾਲਾਨਾ ਬਰਸੀ ਸਮਾਗਮ, ਗੁਰਮਤਿ ਦੇ ਕਥਾ ਕੀਰਤਨ ਕਰਕੇ, ਗੁਰਮਤਿ ਦੇ ਸਮਾਗਮ ਕਰਕੇ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ। ਤੋ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਦੇ ਕੋਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਦਫਾ ਗਏ। ਕਹਿਣ ਲੱਗੇ, ਸੰਤ ਜੀ, ਮਹਾਤਮਾ ਜੀ, ਬਾਬਾ ਜੀ, ਮੈਂ ਇੱਕ ਮੁਹਿੰਮ ਤੇ ਚੜ੍ਹਨ ਲੱਗਿਆ, ਮੈਦਾਨੇ ਜੰਗ ਦੇ ਵਿੱਚ ਚੜ੍ਹਾਈ ਕਰਨ ਲੱਗਿਆ ਤੇ ਆਪ ਜੀ ਮੇਰੀ ਅਰਦਾਸ ਕਰੋ ਕਿ ਮੇਰੀ ਫਤਿਹ ਹੋਵੇ, ਮੈਂ ਇਹ ਜੰਗ ਜਿੱਤ ਜਾਵਾਂ। ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਕਰ ਦਿੱਤੀ। ਮਹਾਰਾਜਾ ਅਰਦਾਸ ਕਰਕੇ ਖੁਸ਼ੀ ਖੁਸ਼ੀ ਚਲਿਆ ਗਿਆ, ਮੈਦਾਨੇ ਜੰਗ ਗਿਆ, ਜੰਗ ਫਤਿਹ ਕਰਕੇ ਚੌਥੇ ਪੰਜਵੇਂ ਦਿਨ ਵਾਪਸ ਆ ਗਿਆ। ਵਾਪਸ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਕੋਲੇ ਆਇਆ। ਕਹਿਣ ਲੱਗਾ, ਮਹਾਤਮਾ ਜੀ, ਜੰਗ ਫਤਿਹ ਕਰ ਆਏ ਆ, ਜਿੱਤ ਹੋ ਗਈ ਹੈ ਤੇ ਮੈਂ ਬੜਾ ਪ੍ਰਸੰਨ ਹਾਂ ਵੀ ਤੁਸੀਂ ਮੇਰੀ ਅਰਦਾਸ ਕੀਤੀ, ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ। ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਹੱਸ ਪਏ ਅੱਗੋਂ, ਮੁਸਕਰਾ ਕੇ ਕਹਿੰਦੇ ਬਾਈ, ਜੇ ਮੈਂ ਮੰਗਣਾ ਹੋਵੇ, ਜਿਹਦੇ ਕੋਲੋਂ ਤੈਨੂੰ ਮੰਗ ਕੇ ਆ ਜਿੱਤ ਦਵਾਈ ਹੈ, ਮੈਂ ਉਹ ਰੱਬ ਕੋਲੋਂ ਮੰਗ ਲੂੰਗਾ। ਮੈਂ ਮੰਗਤੇ ਦਾ ਮੰਗਤਾ ਥੋੜ੍ਹੀ ਹੈ, ਤੂੰ ਤਾਂ ਆਪ ਮੰਗਤਾ। 4 ਦਿਨ ਪਹਿਲਾਂ ਮੇਰੇ ਕੋਲੇ ਮੰਗਤਾ ਬਣ ਕੇ ਆਇਆ, ਮੇਰੀ ਜਿੱਤ ਕਰਾ ਦਿਓ। ਜਿੱਤ ਮੰਗੀ ਮੇਰੇ ਤੋਂ, ਆ ਕੇ ਅਰਦਾਸ ਕਰਵਾਈ ਤੇ ਅੱਜ ਦਾਤਾ ਬਣ ਕੇ ਆ ਗਿਆ। ਸ਼ੇਰੇ ਪੰਜਾਬ ਦੀ ਨੀਵੀਂ ਪੈ ਗਈ। ਕਹਿਣ ਲੱਗੇ, ਅਸੀਂ ਪਰਮਾਤਮਾ ਪ੍ਰਾਇਣ ਹਾਂ, ਰੱਬ ਦੇ ਬੰਦੇ ਹਾਂ, ਬੰਦਿਆਂ ਦੇ ਬੰਦੇ ਨਹੀਂ। ਸੋ ਐਸਾ ਬੇਪਰਵਾਹ ਸਾਧੂ ਉਹੀ ਹੋ ਸਕਦਾ ਭਾਈ ਜਿਹਦੀ ਉਮੀਦ, ਜਿਹਦੀ ਆਸ ਇੱਕ ਰੱਬ ਦੇ ਉੱਤੇ ਹੋਵੇ। ਉਹੀ ਬਚਨ ਕਹਿ ਸਕਦਾ ਸਮੇਂ ਦੇ ਬਾਦਸ਼ਾਹ। ਨਹੀਂ ਤਾਂ ਅੱਜ ਕੋਈ ਸਾਧੂ ਮਹਾਤਮਾ, ਕੋਈ ਗ੍ਰੰਥੀ ਸਿੰਘ, ਕੋਈ ਰਾਜਾ ਵਜ਼ੀਰ, ਕੋਈ ਮੰਤਰੀ ਸੰਤਰੀ ਅਰਦਾਸ ਕਰਾਉਣ ਆਇਆ ਹੋਵੇ, ਪਹਿਲੀ ਗੱਲ ਤਾਂ
ਸਾਡੇ ਕੋਲੇ ਕਿਸੇ ਕੋਲੇ ਸਤ ਸੰਤੋਖ ਨਹੀਂ। ਅਸੀਂ ਪਹਿਲਾਂ ਹੀ ਉਮੀਦ ਲਾ ਲਾਂਗੇ ਵੀ ਇਹਦੀ ਅਰਦਾਸ ਕੀਤੀ ਤਾਂ ਇਹਦੇ ਤੋਂ ਆਹ ਮਿਲੂਗਾ, ਆਪਾਂ ਨੂੰ ਇਹਦੇ ਤੋਂ ਇੰਨਾ ਫਾਇਦਾ ਹੋ ਜਾਊਗਾ, ਇਹ ਸਾਡੇ ਗੁਰਦੁਆਰੇ ਅਖੰਡ ਪਾਠ ਕਰਾ ਦੂਗਾ, ਇਹਦੀ ਪਰਚੀ ਆਪਾਂ ਇਹਨਾਂ ਦੀ ਕੱਟ ਹੀ ਦੇਣੀ ਹੈ। ਤੇ ਦੂਜੀ ਗੱਲ, ਜੇ ਕੋਈ ਮਾੜਾ ਮੋਟਾ ਸਤ ਸੰਤੋਖ ਵਾਲਾ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਪਾਤਰ, ਜਦੋਂ ਮਾਇਆ ਸਾਹਮਣੇ ਦੇਖੂਗਾ, ਕੋਈ ਰਾਜਾ ਵਜ਼ੀਰ ਆ ਕੇ ਆਖੂਗਾ ਵੀ ਮੈਂ ਕੁਝ ਤੈਨੂੰ ਦੇਣਾ ਚਾਹੁੰਦਾ, ਤੇ ਨਾਲ ਦੀ ਨਾਲ ਮੰਗ ਲਾਂਗੇ ਵੀ ਅਗਲੀ ਵਾਰ ਮੇਰੇ ਮੁੰਡੇ ਨੂੰ MLA ਦੀ ਟਿਕਟ ਦੇ ਦੇ ਆ ਸੀਟ ਤੋਂ। ਨਾਲ ਦੀ ਨਾਲ ਕਹੂਗਾ ਮੇਰੇ ਮੁੰਡੇ ਨੂੰ ਨੌਕਰੀ ਤੇ ਲਵਾ ਦੇ, ਸਾਡਾ ਆਹ ਕੰਮ ਕਰਦੇ, ਸਰਕਾਰੀ ਦਰਬਾਰੇ ਅੜੇ ਆ, ਕੋਈ ਨਾ ਕੋਈ ਕੰਮ ਲਵਾਂਗੇ। ਪਰ ਜਿਹੜੇ ਅਸਲ ਸਾਧੂ ਮਹਾਤਮਾ ਹੈ, ਉਹ ਸਾਧ ਸੰਤ ਕਿਸੇ ਦੀ ਕਾਣ ਕਨੌੜ ਨਹੀਂ ਰੱਖਦੇ, ਜੋ ਪਰਮਾਤਮਾ ਨੂੰ ਮੰਨਣ ਵਾਲੇ ਹੈ। ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ। ਸੋ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਹਾਤਮਾ ਜੀ ਮੈਂ ਜਾਣ ਲਿਆ ਵੀ ਤੁਸੀਂ ਕਿਸੇ ਅੱਗੇ ਜਾ ਕੇ ਹੱਥ ਨਹੀਂ ਅੜਦੇ, ਪ੍ਰਾਰਥਨਾ ਅਰਜ਼ ਨਹੀਂ ਕਰਦੇ, ਤਾਂ ਕਿ ਤੁਹਾਡੇ ਗੁਣਾਂ ਦੀ ਹਾਨੀ ਨਾ ਹੋਵੇ। ਬਿਨ ਜਾਚੇ ਸਾਦਰ ਜੋ ਦੇਈ, ਹਾਂ, ਬਿਨਾਂ ਮੰਗੇ ਆਦਰ ਸਤਿਕਾਰ ਦੇ ਸਹਿਤ ਜੋ ਤੁਹਾਨੂੰ ਆ ਕੇ ਕੋਈ ਕੁਝ ਦੇ ਜਾਵੇ, ਤਾਂ ਕੋ ਦੁੱਧ ਸੋ ਅਚਨ ਕਰੇ। ਉਹੀ ਕਹਿੰਦੇ ਰੁਚੀ ਦੇ ਨਾਲ, ਚੰਗੀ ਭਾਵਨਾ ਦੇ ਨਾਲ ਤੁਸੀਂ ਛਕ ਛਕਾ ਲੈਂਦੇ ਹੋ। ਅਬੈ ਪਠਾਏ ਸ੍ਰੀ ਕਰਤਾਰਾ, ਹੁਣ ਕਹਿੰਦੇ ਪਰਮਾਤਮਾ ਨੇ ਇਹ ਤੁਹਾਡੇ ਵਾਸਤੇ ਇਹ 20 ਰੁਪਏ ਦੇ ਕੇ ਮੈਨੂੰ ਭੇਜਿਆ ਹੈ, ਜੇ ਕਰ ਸੁਖ ਸੋ ਕਰੋ ਆਹਾਰਾ। ਤੇ ਕਿਰਪਾ ਕਰੋ ਮਹਾਤਮਾ ਜੀ, ਮੇਰੇ ਤੋਂ ਇਹ ਲੈ ਕੇ ਬੜੇ ਸੁੱਖ ਦੇ ਨਾਲ ਭੋਜਨ ਪ੍ਰਸ਼ਾਦਾ ਛਕੋ ਛਕਾਓ। ਹੈ ਮਹੰਤ ਲਗ ਬੈ ਸੁਖਲੀਨਮ। ਉਸ ਵੇਲੇ ਸੰਤ ਰੇਣ ਜੀ ਇਹਨਾਂ ਸਾਧੂਆਂ ਦੇ ਜਿਹੜੇ ਮੁਖੀ ਮਹਾਤਮਾ ਹੈ, ਕਹਿਣ ਲੱਗੇ ਕਿ ਤੁਸੀਂ ਹੈ ਤਾਂ ਛੋਟੀ ਉਮਰ ਦੇ ਲਘੂ ਵੈਸ ਹੈ, ਤੁਹਾਡੀ ਛੋਟੀ ਉਮਰ ਹੈ, ਪਰ ਬੜੇ ਕੁਲੀਨ, ਬੜੇ ਚਤੁਰ ਸਿਆਣੇ ਹੋ। ਤਬ ਵਿਵਹਾਰੰ ਜਨਕਾਦੀਨੰ, ਤੁਹਾਡਾ ਜਿਹੜਾ ਵਿਵਹਾਰ ਹੈ, ਤੁਹਾਨੂੰ ਜਿਹੜਾ ਕੰਮ ਕਰਨ ਵਾਸਤੇ ਭੇਜਿਆ, ਉਹ ਹਾਲੇ ਤੱਕ ਤੁਹਾਡੀ ਉਮਰ ਛੋਟੀ ਹੈ, ਇਸ ਕਰਕੇ ਤੁਹਾਡੇ ਪਿਤਾ ਦੇ ਅਧੀਨ ਹੋਵੇਗਾ। ਤੇ ਮੈਂ ਇਹ ਗੱਲ ਵਿਚਾਰ ਲਈ ਹੈ ਵੀ ਤੁਹਾਡੇ ਪਿਤਾ ਨੇ ਕੋਈ ਸੋਚ ਵਿਚਾਰ ਕਰਕੇ ਕਿਸੇ ਕੰਮ ਵਾਸਤੇ ਤੁਹਾਨੂੰ ਇਹ 20 ਰੁਪਏ ਦਿੱਤੇ ਹੋਣਗੇ। ਪਰ ਜੇ ਤੁਸੀਂ ਆ 20 ਰੁਪਏ ਸਾਨੂੰ ਦੇ ਕੇ ਸਾਡੇ ਭੋਜਨ ਪ੍ਰਸ਼ਾਦੇ ਵਾਸਤੇ, ਸਾਡੇ ਵਸਤਰਾਂ ਵਾਸਤੇ ਆਪ ਖਾਲੀ ਹੱਥ ਜਾਓਗੇ ਘਰੇ, ਤੁਹਾਡੇ ਪਿਤਾ ਜੀ ਗੁੱਸੇ ਹੋਣਗੇ, ਔਰ ਹੋ ਸਕਦਾ ਹੈ ਕਿ ਤੁਹਾਨੂੰ ਘਰੋਂ ਵੀ ਕੱਢ ਦੇਣ। ਸੁਨੋ ਸੰਤ ਮੈਂ ਪਿਤਾ ਨਦੇਸ਼ਾ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਹੇ ਸੰਤ ਜੀ ਸੁਣੋ, ਮੇਰੇ ਪਿਤਾ ਜੀ ਦੀ ਇਹੋ ਜੀ ਆਗਿਆ ਹੈ ਕਿ ਉਹ ਸੌਦਾ ਕਰਕੇ ਆਓ ਜਿਹਦੇ ਵਿੱਚੋਂ ਬਹੁਤ ਜ਼ਿਆਦਾ ਲਾਭ ਹੋਵੇ। ਮੈਨੂੰ ਆਖਿਆ ਸੀ ਵੀ ਇਹੋ ਜਿਹਾ ਵਪਾਰ ਕਰੀਏ ਜਾਂਦੇ ਅੰਤ ਨਾ ਭਰੋ ਵਿਚਰੀਏ, ਜਿਤ ਨਾਲੋਂ ਤੁਹਾਨੂੰ ਹੋਰ ਵੱਧ ਲਾਭ ਵਾਲਾ ਸੌਦਾ ਨਾ ਲੱਗਦਾ ਹੋਵੇ। ਬਾਣੀ ਸੁਣੀ ਸਤਿਰ ਮਹੰਤਾ। ਜਦੋਂ ਇਹ ਵਚਨ ਸਤਿਗੁਰੂ ਨਾਨਕ ਦੇਵ ਜੀ ਦੇ ਧੀਰਜਵਾਨ ਮਹੰਤ ਨੇ, ਸੰਤ ਰੇਣ ਨੇ ਸੁਣੇ, ਕਹਿਓ ਜੇ ਤਵ ਔਰ ਏਕ ਦਮੰਤਾ। ਕਹਿਣ ਲੱਗੇ ਭਾਈ, ਜੇਕਰ ਤੁਹਾਡੇ ਮਨ ਦਾ ਇਹ ਦ੍ਰਿੜ ਮਤ ਹੈ, ਤੁਸੀਂ ਮਨ ਵਿੱਚ ਪੱਕਾ ਧਾਰ ਹੀ ਲਿਆ ਕੇ ਸੇਵਾ ਕਰਨੀ ਹੈ। ਕਹਿੰਦੇ ਆਪਣਾ ਜਿਹੜਾ ਇਹ ਧਨ ਆ ਨਾ, ਇਹ ਸਾਡੇ ਕੋਲੋਂ ਚੱਕ ਕੇ ਲੈ ਜਾਓ ਤੇ ਕਿਸੇ ਨਗਰੀ ਵਿੱਚ ਜਾ ਕੇ ਸਾਨੂੰ ਭੋਜਨ ਪ੍ਰਸ਼ਾਦਾ ਬਣਾਉਣ ਵਾਸਤੇ ਰਸਤ ਪਾਣੀ ਲਿਆ ਦਿਓ। ਜਦੋਂ ਸੰਤ ਜੀ ਦੇ ਵਚਨ ਸਤਿਗੁਰੂ ਜੀ ਨੇ ਆਪਣੇ ਕੰਨੀ ਸੁਣੇ, ਉਸ ਵੇਲੇ ਸਾਧ ਸੰਗਤ ਜੀ ਜਿਹੜਾ ਇੱਥੇ ਨੇੜੇ ਨਗਰ ਚੂੜਕਾਣਾ ਵਸਦਾ, ਚੂੜਕਾਣਾ ਮੰਡੀ, ਉਸ ਦਿਸ਼ਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਣਾਂ ਦੇ ਘਰ ਚੱਲ ਪਏ। ਤੇ ਇਸ ਵਿਪਨੀ, ਇਸ ਮੰਡੀ ਦੇ ਵਿੱਚੋਂ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਰੀਕ ਆਟਾ ਖਰੀਦਿਆ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਕੱਲੀ ਕੱਲੀ ਚੀਜ਼ ਦਾ ਮੁੱਲ ਵੀ ਦੱਸਿਆ, ਕਿੰਨੇ ਰੁਪਈਆਂ ਦੀ ਤੇ ਕਿੰਨੀ ਚੀਜ਼ ਸਤਿਗੁਰੂ ਨੇ ਖਰੀਦੀ। ਕਹਿੰਦੇ ਜਿਹੜਾ ਆਟਾ ਖਰੀਦਿਆ,
ਆਟਾ ਖਰੀਦਣ ਵਾਸਤੇ ਸਤਿਗੁਰੂ ਜੀ ਨੇ 5 ਰੁਪਏ ਦਿੱਤੇ। ਸੂਖਮ ਚਾਵਲ ਚਾਰਨ ਮੇਰੇ, ਫਿਰ ਬੜੇ ਪਤਲੇ ਪਤਲੇ ਜੇ ਚੌਲ ਜਿਹੜੇ ਬੜੇ ਲੰਮੇ ਸਨ ਉਹ ਖਰੀਦੇ। ਤੇ ਸਮਰੇ ਕਰ ਭਾਰ ਬੰਧੇਰੇ, ਉਹ ਵੀ ਜਿੰਨਾ ਆਟਾ ਖਰੀਦਿਆ ਸੀ ਉਨੇ ਭਾਰ ਦੇ ਤੇ ਉਨੇ ਰੁਪਈਆਂ ਦੇ, ਭਾਵ 5 ਰੁਪਈਆਂ ਦੇ ਇਹ ਵੀ ਬੰਨ ਲਏ ਨਾਲ ਲੈ ਕੇ ਲੰਮੇ ਲੰਮੇ ਚੌਲ। ਦੀਨ 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 ਕੋ ਪ੍ਰਿਤ ਵੀਨਾ, ਫਿਰ ਬੜਾ ਤਾਜ਼ਾ ਘਿਓ, ਨਵਾਂ ਘਿਓ ਜਿਹੜਾ ਉਹ 3 ਰੁਪਈਆਂ ਦਾ ਖਰੀਦਿਆ। ਉਸ ਦਾ ਸਵੇਤ ਤਾਂ ਕੇ ਸਾਮਲੀਨਾ, ਤੇ ਉਹਦੇ ਸਮ ਉਹਦੇ ਬਰਾਬਰ ਭਾਵ 3 ਰੁਪਈਆਂ ਦੀ ਹੀ ਜਿਹੜੀ ਚਿੱਟੇ ਰੰਗ ਦੀ ਖੰਡ ਖਰੀਦੀ। ਦੁਗਧ ਹੇਤ ਕਰਜੇ ਪੁਰ ਦੀਨੋ, ਔਰ ਇਸੇ ਤਰ੍ਹਾਂ ਜਿਹੜੇ ਬਾਕੀ ਹੋਰ 3 ਰੁਪਈਏ ਸਨ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਦੁੱਧ ਵਾਸਤੇ ਖਰਚ ਕਰ ਦਿੱਤੇ। ਬਾਕੀ ਭਾਰ ਬਾਗੋ ਦੀਨੋ, ਤੇ ਬਾਕੀ ਜਿਹੜੇ ਕੁਝ ਰੁਪਈਏ ਬਚੇ ਉਹ ਫਿਰ ਭਾਰ ਢੋਣ ਵਾਲੇ ਨੂੰ ਦੇ ਦਿੱਤੇ। ਜਿਸ ਗੱਡੇ ਦੇ ਉੱਤੇ, ਜਿਸ ਸਾਧਨ ਦੇ ਉੱਤੇ ਲੱਦ ਕੇ ਲੈ ਕੇ ਜਾਣਾ ਸਾਰਾ ਸਾਜੋ ਸਮਾਨ ਸਮੱਗਰੀ, ਰਸਤ ਪਾਣੀ ਲੰਗਰ ਵਾਲੀ, ਉਹ ਕਹਿੰਦੇ ਭਾਰਵਾਹ ਨੂੰ, ਭਾਰ ਢੋਣ ਵਾਲੇ ਨੂੰ ਦੇ ਦਿੱਤੇ। ਸੰਭੇ ਸੌਜ ਪੁਰ ਦੇ ਚੁਆਈ, ਕਿਉਂ 20 ਰੁਪਏ ਖਰਚ ਕਰਕੇ ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਉਸ ਨਗਰੀ ਤੋਂ ਉਠਾ ਕੇ ਸੰਤਾਂ ਕੋਲ ਲੈਣ ਵਾਸਤੇ ਲੈ ਜਾਣ ਵਾਸਤੇ ਤੁਰ ਪਏ। ਸਾਧਨ ਟਿਕ ਗਮਨੇ ਜਗਰਾਈ, ਜਗਤ ਦੇ ਰਾਜਾ ਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸਾਧੂ ਮਹਾਤਮਾ ਕੋਲ ਜਾ ਪਹੁੰਚੇ। ਸਭ ਸੰਭਾਲ ਮਹੰਤ ਗਾਰੀ, ਸਾਰਾ ਸਾਜੋ ਸਮਾਨ ਜਿਹੜਾ ਸੰਭਾਲ ਕੇ ਉਹ ਮਹੰਤ ਦੇ ਅੱਗੇ ਰੱਖ ਦਿੱਤਾ। ਹਰ ਪੈਸੇ ਸੇਵਕ ਸੁਖਕਾਰੀ, ਔਰ ਸੇਵਕਾਂ ਨੂੰ ਸੁੱਖਾਂ ਦੇ ਬਖਸ਼ਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਸਭ ਕੁਝ ਰੱਖ ਕੇ ਬੈਠ ਗਏ ਉੱਥੇ। ਦੀਜੈ ਆਇਸ ਹੋਏ ਰਸੋਈ, ਨਾਲ ਵਚਨ ਕੀਤਾ ਕਿ ਆਪਣੇ ਸੇਵਾਦਾਰਾਂ ਨੂੰ ਸੰਤ ਜੀ ਆਗਿਆ ਦਿਓ ਕਿ ਆਇਸ ਹੋਏ ਰਸੋਈ, ਤੁਹਾਡੀ ਆਗਿਆ ਦੇ ਨਾਲ ਰਸੋਈ ਹੋਵੇ, ਭੋਜਨ ਪ੍ਰਸ਼ਾਦਾ ਤਿਆਰ ਹੋ ਜਾਵੇ। ਅਕੈ ਸੰਤ ਰਚੇ ਕਰੇ ਜਤੋਈ, ਔਰ ਜਿੰਨੀ ਜਿੰਨੀ ਕਿਸੇ ਦੀ ਰੁਚੀ ਹੋਵੇਗੀ ਤਾਂ ਕਿ ਤੁਹਾਡੇ ਨਾਲ ਦੇ ਸਾਰੇ ਸੰਤ ਭੋਜਨ ਛਕ ਲੈਣ। ਸੋਰਗਾ ਸੋਨ ਮਹੰਤ ਬਤਵੰਤ ਕਈ, ਉਸ ਵੇਲੇ ਸਾਧ ਸੰਗਤ ਜੀ ਜਿਹੜਾ ਬੜਾ ਸ਼ੁਭ ਮਤ ਵਾਲਾ ਸੰਤ ਰੇਣ ਹੈ ਸਤਿਗੁਰੂ ਜੀ ਦੇ ਬਚਨ ਸੁਣ ਕੇ ਕਹਿਣ ਲੱਗਾ, ਗਿਰਾ ਜਗ ਖੰਦ ਸੋ, ਇਹਨੇ ਬਚਨ ਆਖੇ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਨੂੰ। ਕਰ ਅਚਵੈਂਗੇ ਸੰਤ ਤੁਮ ਗਮਨੋ, ਕਹਿਣ ਲੱਗੇ ਕਰ ਅਚਵੈਂਗੇ ਸੰਤ ਤੁਮ ਗਮਨੋ ਪੁਰ ਆਪਣੇ। ਕਹਿੰਦੇ ਇਹ ਜਿਹੜਾ ਭੋਜਨ ਪ੍ਰਸ਼ਾਦਾ ਅਸੀਂ ਆਪਣੇ ਆਪ ਹੀ ਸਾਡੇ ਸੰਤ ਬਣਾ ਲੈਣਗੇ ਤੇ ਅਸੀਂ ਛਕ ਲਵਾਂਗੇ। ਤੁਸੀਂ ਹੁਣ ਤੁਮ ਗਮਨੋ ਪੁਰ ਆਪਣੇ ਆਪਣੇ ਘਰ ਨੂੰ, ਆਪਣੇ ਨਗਰ ਨੂੰ ਵਾਪਸ ਚਲੇ ਜਾਓ। ਦੋਰਾ ਤਜ ਕਾਨਨ ਕਮਲਾਨਨ, ਉਸ ਵੇਲੇ ਸਾਧ ਸੰਗਤ ਜੀ ਇਹ ਜੰਗਲ ਨੂੰ ਛੱਡ ਕੇ ਕਮਲ ਵਰਗੇ ਮੁਖਾਰਬਿੰਦ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਪਏ। ਗਮਨੇ ਨਿਜਪੁਰ, ਆਪਣੇ ਨਿਜਪੁਰੀ ਨਿਜ ਨਗਰ ਰਾਏ ਭੋਏ ਦੀ ਤਲਵੰਡੀ ਵੱਲ ਚਲੇ ਗਏ। ਸੰਤੋਖ ਸਿੰਘ ਬੰਦਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਵੀ ਸੰਤੋਖ ਸਿੰਘ ਬੰਦਨਾ ਨਮਸਕਾਰ ਕਰਦਾ ਹਾਂ। ਧਰ ਪਰ ਜੁਗ ਕਰ ਲੋਰ, ਧਰਤੀ ਦੇ ਉੱਤੇ ਸਿਰ ਰੱਖ ਕੇ ਤੇ ਦੋਵੇਂ ਹੱਥ ਜੋੜ ਕੇ ਐਸੇ ਸਤਿਗੁਰੂ ਦਿਆਲੂ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮੈਂ ਬੰਦਨਾ ਕਰਦਾ ਹਾਂ, ਮੱਥਾ ਟੇਕਦਾ ਹਾਂ ਸ਼ਰਧਾ ਭਾਵਨਾ ਦੇ ਨਾਲ। ਸੋ ਇੱਥੇ ਹੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਤਪੱਸੀਅਨ ਪ੍ਰਸੰਗ ਵਰਣਨ ਨਾਮ ਚਤੁਰਦਸੋ ਅਧਿਆਏ ਇਹਦੀ ਸਮਾਪਤੀ ਹੈ 14ਵੇਂ ਅਧਿਆਏ ਦੀ, ਜਿਹਦੇ ਵਿੱਚ ਤਪਸਵੀਆਂ ਦਾ, ਸਾਧੂ ਮਹਾਤਮਾ ਦਾ ਜ਼ਿਕਰ ਆਇਆ। ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਘਰ ਕਿਵੇਂ ਜਾਣਗੇ, ਘਰ ਜਾਣਗੇ ਜਾਂ ਨਗਰ ਦੇ ਬਾਹਰ ਰੁਕਣਗੇ, ਕਿਵੇਂ ਸਾਰੀ ਇਸ ਵਾਰਤਾ ਦਾ ਪਤਾ ਭਾਈ ਵਾਲੇ ਦੇ ਰਾਹੀਂ ਸਤਿਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਲੱਗੇਗਾ। ਉਹ ਕਿਸ ਤਰ੍ਹਾਂ ਦਾ ਵਰਤੋਂ ਵਿਹਾਰ ਸਤਿਗੁਰੂ ਸਾਹਿਬ ਜੀ ਨਾਲ ਕਰਨਗੇ, ਇਹ ਸਾਰੀ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਕਿਰਪਾ ਦੁਆਰਾ ਰਲ ਮਿਲ ਕੇ ਇਸੇ ਤਰ੍ਹਾਂ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ। ਤਜ ਕਾਨਨ ਕਮਲਾਨਨ, ਗਮਰੇ ਨਿਜਪੁਰ ਓਰ, ਕਬ ਸੰਤੋਖ ਸਿੰਘ ਬੰਦਨਾ।
ਧਰ ਪਰ ਜੁਗ ਕਰ ਜੋਰ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨ ਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਆਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।